ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਬ੍ਰਹਮ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਾਧ ਸੰਗਤ, ਚੱਲ ਰਹੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੀ ਵਿਚਾਰ ਦੇ ਅੰਦਰ ਅੱਜ ਦਾ ਜੋ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ, ਸ਼ਹੀਦਾਂ ਦੇ ਸਰਤਾਜ, ਮਾਨਵਤਾ ਦੇ ਰਹਿਬਰ, ਬਾਣੀ ਕੇ ਬੋਹਿਤ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਮ੍ਰਿਤ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ 52 ਅੱਖਰੀ ਦੀ ਬਾਣੀ ਦੇ ਵਿੱਚ 260 ਪੰਨਾ ਉੱਤੇ ਸੁਭਾਈਮਾਨ ਹੈ। ਅੱਜ ਦੇ ਇਸ ਸ਼ਬਦ ਦੇ ਅੰਦਰ ਸਾਨੂੰ ਗੁਰੂ ਸਾਹਿਬ ਜੀ ਨੇ ਪ੍ਰੇਰਨਾ ਕੀਤੀ ਹੈ ਕਿ ਸਾਧੂ ਕੀ ਓਟ ਗਹੋ, ਸਾਧੂ ਕੀ ਮਨ ਓਟ ਗਹੋ, ਉਕਤ ਸਿਆਣਪ ਤਿਆਗ। ਹੇ ਮਨਾ, ਸਾਧੂ ਦੀ ਆਪਣੇ ਜੀਵਨ ਦੇ ਵਿੱਚ ਓਟ ਲੈ। ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਪੜ੍ਹੀਏ ਤੇ ਸਾਧ ਲਫ਼ਜ਼ ਗੁਰਮੁਖ, ਭਗਤ, ਸਿੱਖ ਤੇ ਇੱਕ ਥਾਂ ਤੇ ਕਹੋ ਕਬੀਰ ਜਨ ਭਏ ਖਾਲਸੇ ਲਫ਼ਜ਼ ਵੀ ਆਇਆ ਹੈ। ਇਹ ਅਸਲ ਦੇ ਵਿੱਚ ਨਾਂ ਵੱਖਰੇ ਵੱਖਰੇ ਨੇ, ਪਰ ਜਿਵੇਂ ਕੋਈ ਪਾਣੀ ਨੂੰ ਪਾਣੀ ਕਹਿ ਦਿੰਦਾ ਹੈ, ਕੋਈ ਇੰਗਲਿਸ਼ ਦੇ ਵਿੱਚ ਵਾਟਰ ਆਖ ਕੇ ਸੰਬੋਧਨ ਕਰਦਾ ਹੈ, ਕੋਈ ਫਾਰਸੀ ਪੜ੍ਹਨ ਵਾਲਾ ਉਹਨੂੰ ਆਬ ਕਹਿ ਸਕਦਾ ਹੈ, ਕੋਈ ਨੀਰ ਕਹਿ ਸਕਦਾ ਹੈ। ਲਫ਼ਜ਼ ਵੱਖਰੇ ਵੱਖਰੇ ਹੈ ਨੇ, ਪਰ ਜਦੋਂ ਕੋਈ ਧਰਮ ਦੇ ਰਾਹ 'ਤੇ ਚੱਲ ਕੇ ਸੰਪੂਰਨਤਾ ਪ੍ਰਾਪਤ ਕਰ ਲੈਂਦਾ ਹੈ, ਉਹਨਾਂ ਲਈ ਸਤਿਗੁਰੂ ਜੀ ਨੇ ਸਾਧੂ ਲਫ਼ਜ਼ ਵਰਤਿਆ। ਇੱਥੇ ਜਿਹੜਾ ਸਾਧੂ ਹੈ, ਕਿਉਂਕਿ ਸਾਡੇ ਅੰਦਰ ਬੜਾ ਭੁਲੇਖਾ ਹੈ ਸਾਧੂਆਂ ਦੇ ਪ੍ਰਤੀ। ਕਈ ਵਾਰੀ ਅਸੀਂ ਕੇਵਲ ਬਾਹਰੋਂ ਲਿਬਾਸ ਨੂੰ ਵੇਖ ਕੇ ਸਾਧੂ ਕਿਸੇ ਨੂੰ ਸਮਝ ਲੈਂਦੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਨਾ ਸਾਨੂੰ ਸਾਧੂ ਦੀ ਪਹਿਚਾਣ ਕਰਨੀ ਵੀ ਦੱਸੀ। ਜੇ ਕਿਧਰੇ ਸਾਧੂ ਦੀ ਪਹਿਚਾਣ ਨਾ ਹੋਵੇ ਤੇ ਮਿਥੋਲੋਜੀ ਦੇ ਵਿੱਚ ਤੁਸੀਂ ਸੁਣਦੇ ਹੋ ਤੇ ਕਈ ਵਾਰੀ ਟੀਵੀ ਦੇ ਉੱਤੇ ਵੀ ਵੇਖਿਆ ਹੋਵੇਗਾ, ਜਦੋਂ ਰਾਵਣ ਸੀਤਾ ਨੂੰ ਲੈਣ ਵਾਸਤੇ ਆਇਆ ਸੀ ਤਾਂ ਇੱਕ ਸਾਧੂ ਹੀ ਬਣ ਕੇ ਆਇਆ ਸੀ। ਤੇ ਅਸਲ ਦੇ ਵਿੱਚ ਸੀਤਾ ਅੰਦਰ ਬੈਠੇ ਰਾਵਣ ਨੂੰ ਪਹਿਚਾਣ ਨਾ ਸਕੀ, ਉਹ ਕੇਵਲ ਲਿਬਾਸ ਵੇਖ ਕੇ ਪ੍ਰਭਾਵਿਤ ਹੋ ਗਈ, ਬਾਹਰੋਂ ਉਹਦੇ ਅੱਖਰਾਂ ਤੋਂ ਪ੍ਰਭਾਵਿਤ ਹੋ ਗਈ, ਜਿਸ ਕਰਕੇ ਉਹ ਹਰਨ ਹੋ ਗਈ। ਅੱਜ ਵੀ ਸਾਡੀ ਬਹੁਤੀ ਥਾਂ ਤੇ ਬੜਾ ਕੁਝ ਹਰਨ ਹੋ ਰਿਹਾ। ਬੰਦੇ ਦੀ ਇਕਨੋਮੀ ਦਾਅ ਦੇ ਉੱਤੇ ਲੱਗ ਰਹੀ ਹੈ ਤੇ ਉਹਨਾਂ ਬੰਦਿਆਂ ਨੂੰ ਬੰਦਾ ਪੈਸਾ ਸਾਰਾ ਕੁਝ ਦੇ ਰਿਹਾ ਜਿਹੜੇ ਅਸਲ ਦੇ ਵਿੱਚ ਮਨੁੱਖਤਾ ਦਾ ਨੁਕਸਾਨ ਕਰ ਰਹੇ ਨੇ। ਵੇਖੋ ਸੌਦੇ ਸਾਧ ਤੇ ਕਿੰਨੇ, ਜਾਂ ਆਸਾਰਾਮ ਵਰਗੇ ਸਾਧ ਨੇ। ਔਰ ਮੈਂ ਇਹ ਨਾਂ ਇਸ ਕਰਕੇ ਲੈ ਰਿਹਾ ਕਿਉਂਕਿ ਉਹਨਾਂ ਦਾ ਤਾਂ ਆਪ ਜੀ ਨੂੰ ਪਤਾ ਹੈ। ਤੇ ਵੈਸੇ ਹਰ ਮਜ਼ਹਬ ਦੇ ਵਿੱਚ ਹੀ ਇਸ ਤਰ੍ਹਾਂ ਦੇ ਬੰਦੇ ਹੁੰਦੇ ਨੇ ਕਿ ਇੱਕ ਮਜ਼ਹਬ ਦੀ ਗੱਲ ਨਹੀਂ। ਧਰਮ ਦਾ ਲਿਬਾਸ ਪਾ ਕੇ ਲੁੱਟਣ ਵਾਲਿਆਂ ਦੀ ਕਿਸੇ ਵੀ ਮਜ਼ਹਬ ਦੇ ਵਿੱਚ, ਇਲਾਕੇ ਦੇ ਵਿੱਚ ਕਮੀ ਨਹੀਂ ਹੋਏਗੀ। ਤੁਹਾਨੂੰ ਇਸ ਤਰ੍ਹਾਂ ਦੇ ਬੜੇ ਥੋਕ ਦੇ ਵਿੱਚ ਬੰਦੇ ਮਿਲ ਜਾਣਗੇ। ਹੁਣ ਜੇ ਬੰਦੇ ਦਾ ਪੈਸਾ ਜਿਹੜਾ ਬੰਦਾ ਅਸਲ ਦੇ ਵਿੱਚ ਦਾਨ ਦੇ ਨਾਂ 'ਤੇ ਦੇ ਰਿਹਾ, ਇੱਥੇ ਗੁਰੂ ਸਾਹਿਬ ਜੀ ਨੇ ਇੱਕ ਜ਼ਿਕਰ ਕੀਤਾ, ਉਕਤ ਸਿਆਣਪ ਤਿਆਗ, ਵੀ ਆਪਣੀ ਸਿਆਣਪ ਤੇ ਆਪਣੀਆਂ ਉਗਤੀਆਂ ਜੁਗਤੀਆਂ ਤਿਆਗ ਕੇ ਸਾਧੂ ਦੀ ਸ਼ਰਨ ਦੇ ਵਿੱਚ ਆ ਜਾ, ਉਹਦੀ ਓਟ ਲੈ ਲੈ। ਤੇ ਸਾਧੂ ਦਾ ਪੂਰਾ ਹੋਣਾ ਬੜਾ ਜ਼ਰੂਰੀ। ਸਾਨੂੰ ਬਾਣੀ ਦੇ ਵਿੱਚ ਜਿਹੜਾ ਸਿਆਣਪ ਲੱਭਦੇ ਨਾ, ਇਹਦੀ ਵੀ ਡੈਫੀਨੇਸ਼ਨ ਸਮਝਣ ਦੀ ਲੋੜ ਹੈ। ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੀਏ ਤੇ ਗੁਰੂ ਸਾਹਿਬ ਜੀ ਕਹਿੰਦੇ ਨੇ, ਅਕਲੀ ਸਾਹਿਬ ਸੇਵੀਆ, ਅਕਲੀ ਕੀਜੈ ਦਾਨ।
ਵੀ ਬੰਦੇ ਨੂੰ ਅਕਲ ਵਰਤਣ ਤੋਂ ਗੁਰੂ ਸਾਹਿਬ ਜੀ ਨੇ ਰੋਕਿਆ ਨਹੀਂ ਹੈ। ਤੇ ਅਕਲ ਦੇ ਨਾਲ ਦਾਨ ਕਰੀ, ਕਿਉਂਕਿ ਤੇਰਾ ਦਿੱਤਾ ਹੋਇਆ ਦਾਨ ਕਿਸੇ ਦੀ ਜ਼ਿੰਦਗੀ ਤਬਾਹ ਕਰ ਸਕਦਾ। ਤੇਰਾ ਦਿੱਤਾ ਹੋਇਆ ਦਾਨ ਕਿਸੇ ਦੇ ਵਿਕਾਰਾਂ ਦੇ ਵਿੱਚ ਉਹਦੀ ਇੱਕ ਫੋਰਸ ਬਣ ਸਕਦਾ, ਜਿਸ ਕਰਕੇ ਕੱਲ ਨੂੰ ਕੋਈ ਕਿਸੇ ਦੀ ਇੱਜ਼ਤ ਤੇ ਹੱਥ ਪਾਏ ਆਸਾਰਾਮ ਵਰਗਾ, ਤੇ ਕੋਈ ਬੰਦਾ ਉਹਦੇ ਖਿਲਾਫ ਬੋਲਣਾ ਸ਼ੁਰੂ ਕਰੇ ਤੇ ਧੜਾ ਧੜ ਬੰਦੇ ਮਰਵਾਣੇ ਸ਼ੁਰੂ ਕਰ ਦੇ। ਔਰ ਹਰ ਥਾਂ ਦੇ ਉੱਤੇ ਇਸ ਤਰ੍ਹਾਂ ਵਾਪਰਿਆ, ਕਿਉਂਕਿ ਪਹਿਲਾਂ ਬੰਦੇ ਪੈਸੇ ਦੇ ਦੇ ਕੇ ਵੱਡੇ ਵੱਡੇ ਅਰਬਾਂਪਤੀ ਉਹਨਾਂ ਨੂੰ ਬਣਾ ਦਿੰਦੇ ਨੇ, ਤੇ ਜਦੋਂ ਉਹ ਹੱਥੋਂ ਨਿਕਲਦੇ ਨੇ ਫਿਰ ਲੋਕਾਂ ਦਾ ਕਈ ਵਾਰੀ ਇੱਜ਼ਤ ਆਬਰੂ ਲੁੱਟੀ ਜਾਂਦੀ ਹੈ, ਬੰਦਿਆਂ ਦੇ ਕਤਲ ਹੁੰਦੇ ਨੇ, ਜ਼ਮੀਨਾਂ ਦੱਬੀਆਂ ਜਾਂਦੀਆਂ ਨੇ, ਤੇ ਉਹਨਾਂ ਕੋਲ ਉਦੋਂ ਤੱਕ ਪਾਵਰ ਇੰਨੀ ਜ਼ਿਆਦਾ ਆ ਚੁੱਕੀ ਹੁੰਦੀ, ਆਮ ਬੰਦਾ ਫਿਰ ਉਹਨੂੰ ਹੱਥ ਨਹੀਂ ਪਾ ਸਕਦਾ। ਤੇ ਉਹ ਸ਼ਰਧਾਲੂਆਂ ਦਾ ਹੀ ਪੈਸਾ ਹੁੰਦਾ ਜਿਹੜਾ ਕ੍ਰਾਈਮ ਦੇ ਵਿੱਚ ਯੂਜ਼ ਹੁੰਦਾ। ਇਸ ਕਰਕੇ ਗੁਰੂ ਸਾਹਿਬ ਜੀ ਨੇ ਜ਼ਿਕਰ ਕੀਤਾ ਅਕਲੀ ਸਾਹਿਬ ਸੇਵੀ ਹੈ, ਵੀ ਅਕਲ ਨੂੰ ਯੂਜ਼ ਕਰੋ। ਜੇ ਰੱਬ ਦੀ ਭਗਤੀ ਵੀ ਕਰਨੀ, ਸੇਵਾ ਵੀ ਕਿਸੇ ਥਾਂ ਤੇ ਕਰਨੀ ਹੈ, ਤੇ ਅਕਲ ਦੀ ਵਰਤੋਂ ਕਰੋ। ਹਜ਼ੂਰ ਕਹਿੰਦੇ ਨੇ ਅਕਲੀ ਕੀਜਾ ਦਾਨ, ਅਕਲੀ ਪੜ੍ਹ ਕੇ ਬੂਝੀਐ, ਅਕਲੀ ਪਾਈਆਂ ਮਾਨ। ਤੇ ਅਕਲ ਦੀ ਵਰਤੋਂ ਤੋਂ ਗੁਰੂ ਸਾਹਿਬ ਜੀ ਨੇ ਨਹੀਂ ਸਾਨੂੰ ਰੋਕਿਆ। ਇੱਥੇ ਜਿਹੜਾ ਸਿਆਣਪ ਹੈ ਨਾ ਗੁਰਬਾਣੀ ਦੀ, ਜਿਹੜੀ ਤੁਸੀਂ ਰੋਜ਼ ਜਿਹੜੇ ਸਟੱਡੀ ਕਰਦੇ ਹੋ ਨਾ, ਕੁਝ ਸ਼ਬਦ ਨੇ ਕਈ ਵਾਰੀ ਜ਼ਿਕਰ ਕੀਤਾ ਵੀ ਸਾਨੂੰ ਕਿਹੜੇ ਕੰਟੈਕਸਟ ਦੇ ਵਿੱਚ ਵਰਤਿਆ ਗਿਆ, ਉਹ ਸ਼ਬਦ ਦਾ ਜਾਣਨਾ ਬੜਾ ਜ਼ਰੂਰੀ ਹੁੰਦਾ। ਜਿਵੇਂ ਕਿ ਸ਼ਬਦ ਹੈ ਅੰਮ੍ਰਿਤ, ਤੇ ਅਸੀਂ ਇਹ ਸ਼ਬਦ ਪੜ੍ਹਨੇ ਆ, ਪਸ਼ੂ ਮਿਲੈ ਚੰਗਿਆਈਆਂ, ਖੜ ਖਾਵੈ ਅੰਮ੍ਰਿਤ ਦੇ। ਹੁਣ ਜਿਹੜਾ ਉੱਥੇ ਅੰਮ੍ਰਿਤ ਹੈ ਨਾ, ਪਸ਼ੂ ਮਿਲੈ ਚੰਗਿਆਈਆਂ, ਵੀ ਖਲੋ ਕੇ ਜਿਹੜਾ ਉਹ ਘਾਹ ਆਦਿ ਖਾਂਦੇ ਨੇ ਤੇ ਦਿੰਦੇ ਅੰਮ੍ਰਿਤ ਨੇ। ਅੰਮ੍ਰਿਤ ਦਾ ਮਤਲਬ ਉੱਥੇ ਦੁੱਧ ਹੈ। ਉਸ ਅੰਮ੍ਰਿਤ ਨੂੰ ਦੂਸਰੇ ਅੰਮ੍ਰਿਤ ਦੇ ਨਾਲ ਜਿਹੜਾ ਅਸਲ ਦੇ ਵਿੱਚ ਕੰਪੇਅਰ ਨਹੀਂ ਕੀਤਾ ਜਾ ਸਕਦਾ। ਹੁਣ ਕਹੋ ਵੀ ਗੁਰੂ ਸਾਹਿਬ ਜੀ ਨੇ ਤੇ ਅੰਮ੍ਰਿਤ ਹੀ ਸ਼ਬਦ ਵਰਤਿਆ ਨਾ, ਖੜ ਖਾਵੇਂ ਅੰਮ੍ਰਿਤ ਦੇ, ਤੇ ਹੁਣ ਅੰਮ੍ਰਿਤ ਸੰਚਾਰ ਹੁੰਦਾ, ਬੰਦੇ ਨੂੰ ਕਿਹਾ ਜਾਏ ਵੀ ਅੰਮ੍ਰਿਤ ਛਕ ਲਓ, ਤੇ ਬੰਦਾ ਕਹੇ ਤੇ ਮੈਂ ਤੇ ਰੋਜ਼ ਅੰਮ੍ਰਿਤ ਛਕਣਾ ਜੀ, ਰਾਤ ਨੂੰ ਛਕ ਕੇ ਸੌਂਈਦਾ। ਉੱਥੇ ਉਹਦਾ ਅਰਥ ਹੋਰ ਹੋਏਗਾ। ਤੇ ਅਸਲ ਦੇ ਵਿੱਚ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਕਹਿੰਦੇ ਨੇ, ਸੁਖਮਨੀ ਸਾਹਿਬ ਦੀ ਬਾਣੀ ਪੜ੍ਹੋ, ਜਿਹੇ ਪ੍ਰਸਾਦ 36 ਅੰਮ੍ਰਿਤ ਖਾਏ। ਹੁਣ ਅੰਮ੍ਰਿਤ ਦਾ ਮਤਲਬ ਉੱਥੇ ਦੁੱਧ ਨਹੀਂ ਹੈ, ਉੱਥੇ ਭੋਜਨ ਹੈ। ਦੁੱਧ ਦਾ ਮਤਲਬ ਇਹ ਨਹੀਂ ਵੀ 36 ਕਿਸਮ ਦੇ ਦੁੱਧ ਹੋਣਗੇ ਉੱਥੇ, ਵੀ ਮੱਝ ਦਾ ਦੁੱਧ ਹੈ, ਗਾਂ ਦਾ ਦੁੱਧ ਹੈ, ਬੱਕਰੀ ਦਾ ਦੁੱਧ ਹੈ, 36 ਆਪਾਂ ਇਸ ਤਰ੍ਹਾਂ ਨਹੀਂ ਉਹਦੀ ਗਿਣਤੀ ਕਰਾਂਗੇ। ਉੱਥੇ ਜਿਹੜੀਆਂ ਫੂਡ ਦੀਆਂ ਵੱਖ-ਵੱਖ ਆਈਟਮਸ ਦੀ ਆਪਾਂ ਗੱਲ ਕਰ ਲਾਂਗੇ ਵੀ ਜਿਹੜੇ ਬੰਦਾ ਖਾਂਦਾ। ਇਸੇ ਤਰ੍ਹਾਂ ਨਾਨਕ ਅੰਮ੍ਰਿਤ ਏਕ ਹੈ, ਦੂਜਾ ਅੰਮ੍ਰਿਤ ਨਾ ਹੀ, ਉੱਥੇ ਨਾਮ ਅੰਮ੍ਰਿਤ ਦੀ ਗੱਲ ਚੱਲੇਗੀ। ਸ਼ਬਦ ਅੰਮ੍ਰਿਤ ਹੀ ਇੱਕੋ ਹੀ ਸ਼ਬਦ ਹੈ। ਹੁਣ ਤੁਸੀਂ ਵੇਖੋ, ਘਰਾਂ ਦੇ ਵਿੱਚ ਅਸੀਂ ਆਮ ਕਰਨੇ ਆ, ਰਿਸ਼ਤੇਦਾਰੀ ਦੇ ਵਿੱਚ ਵਿਚਰਦੇ ਆ, ਦੋਸਤੀ ਦੇ ਵਿੱਚ, ਜਿਹੜਾ ਬੰਦਾ ਤੇ ਆਪਣੇ ਆਪ ਨੂੰ ਬਰਬਾਦ ਕਰ ਰਿਹਾ ਹੋਵੇ, ਸਿਆਣਪ ਤੋਂ ਕੰਮ ਨਾ ਲਏ, ਉਹਨੂੰ ਬੰਦਾ ਸੇਮ ਵਰਡਿੰਗ ਵਰਤਦਾ ਵੀ ਤੂੰ ਸਿਆਣਾ ਬਣ, ਵੀ ਤੈਨੂੰ ਸਿਆਣੇ ਬਣਨ ਦੀ ਲੋੜ ਹੈ। ਤੇ ਜਿਹੜਾ ਬੰਦਾ ਚਲਾਕੀਆਂ ਕਰੇ, ਮਾਂ ਪਿਓ ਦੇ ਨਾਲ ਹੀ ਚਲਾਕੀ ਕਰੇ, ਆਪਣੇ ਆਪ ਨੂੰ ਕੁਝ ਇਹੋ ਜਿਹੇ ਟ੍ਰਿਕ ਵਰਤੇ ਵੀ ਦੂਜੇ ਨੂੰ ਫਸਾਉਣ ਦਾ ਯਤਨ ਕਰੇ, ਦੂਜਿਆਂ ਨੂੰ ਦੀ ਰਿਸਪੈਕਟ ਨਾ ਕਰਦਾ ਹੋਵੇ, ਤੇ ਚਤੁਰਾਈ ਦੇ ਵਿੱਚ ਦੂਜੇ ਨੂੰ ਐਕਸਪਲਾਇਟ ਕਰਨ ਦਾ ਯਤਨ ਕਰੇ, ਉੱਥੇ ਅਸੀਂ ਸ਼ਬਦ ਵਰਤਨੇ ਆ ਵੀ ਤੂੰ ਬਹੁਤੀ ਸਿਆਣਪਨਾ ਝਾੜ, ਵੀ ਆਪਣੀ ਸਿਆਣਪਨਾ ਵਿਖਾ। ਉੱਥੇ ਹੁਣ ਸ਼ਬਦ ਇੱਕ ਬੰਦੇ ਨੂੰ ਕਿਹਾ ਜਾ ਰਿਹਾ ਵੀ ਤੂੰ ਸਿਆਣਾ ਬਣ, ਤੇ ਦੂਸਰੇ ਬੰਦੇ ਨੂੰ ਕਿਹਾ ਜਾ ਰਿਹਾ ਵੀ ਤੂੰ ਇੱਥੇ ਸਿਆਣਪਨਾ ਵਿਖਾ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਜਦੋਂ ਤਾਂ ਸਾਨੂੰ ਸਹੀ ਫੈਸਲੇ ਲੈਣ ਵਾਸਤੇ ਕਿਹਾ ਗੁਰੂ ਸਾਹਿਬ ਜੀ ਨੇ, ਉਦੋਂ ਤੇ ਗੁਰੂ ਸਾਹਿਬ ਜੀ ਨੇ ਜ਼ਿਕਰ ਕੀਤਾ ਹੈ ਅਕਲੀ ਸਾਹਿਬ ਸੇਵੀਐ, ਅਕਲੀ ਕੀਜੈ ਦਾਨ, ਅਕਲੀ ਪੜ੍ਹ ਕੇ ਬੂਝੀਐ, ਅਕਲੀ ਪਾਈਐ ਮਾਨ। ਤੇ ਜਦੋਂ ਅਸੀਂ ਅੰਦਰੋਂ ਤੇ ਬੰਦਾ ਨਾ ਸੱਚਾ ਹੈ, ਨਾ ਧਰਮੀ ਹੈ, ਪਖੰਡ ਕਰ ਰਿਹਾ ਹੈ, ਤੇ ਫਿਰ ਆਪਣੇ ਆਪ ਨੂੰ ਧਰਮੀ ਵੀ ਸਾਬਤ ਕਰ ਰਿਹਾ ਹੈ, ਉੱਥੇ ਗੁਰੂ ਸਾਹਿਬ ਜੀ ਕਹਿੰਦੇ ਨੇ ਸਹਿਸ ਸਿਆਣਪਾਂ ਲੱਖ ਹੋਹੇ ਸਤਰਾਈ। ਸਿਆਣਪਾਂ ਦਾ ਮਤਲਬ ਚਤਰਾਈਆਂ, ਵੀ ਤੇਰੇ ਵਿੱਚ ਜਿਹੜੀਆਂ ਹਜ਼ਾਰਾਂ ਚਤਰਾਈਆਂ ਹੋਣਗੀਆਂ, ਭਾਵੇਂ ਲੱਖਾਂ ਹੋਣਗੀਆਂ, ਪਰ ਤੈਨੂੰ ਜਦੋਂ ਤੱਕ ਤੂੰ ਸਿੰਪਲ ਨਹੀਂ ਬਣਦਾ, ਸਿੰਪਲੀਸਿਟੀ ਨਹੀਂ ਤੇਰੇ ਜੀਵਨ ਦੇ ਵਿੱਚ ਆਉਂਦੀ, ਉਦੋਂ ਤੱਕ ਤੇਰੀ ਗੱਲ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਨਹੀਂ ਬਣ ਸਕਦੀ। ਉਦੋਂ ਤੱਕ ਇਹ ਸਿਆਣਪ ਨਹੀਂ ਚੱਲੇਗੀ। ਇਹਦਾ ਮਤਲਬ ਸਿਆਣਪ ਅਸਲ ਦੇ ਵਿੱਚ ਉੱਥੇ ਵਰਤਣ ਲਈ ਗੁਰੂ ਸਾਹਿਬ ਨੇ ਕਿਹਾ
ਤੇ ਜਿਹੜਾ ਸਿਆਣਪ ਦਾ ਨੈਗੇਟਿਵ ਰੂਪ ਹੈ, ਕਲੈਵਰਨੈਸ ਹੈ, ਜਿਹਦੇ 'ਚ ਬੰਦਾ ਦੂਜੇ ਨੂੰ ਐਕਸਪਲੋਇਟ ਕਰਨਾ ਚਾਹੁੰਦਾ ਹੈ, ਉਸ ਸਿਆਣਪ ਤੋਂ ਗੁਰੂ ਸਾਹਿਬ ਜੀ ਨੇ ਬਾਣੀ ਦੇ ਅੰਦਰ, ਧੰਨ ਗੁਰੂ ਅਮਰਦਾਸ ਜੀ, ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ। ਇਹ ਸਾਰੀ ਪੌੜੀ ਦੇ ਵਿੱਚ ਗੁਰੂ ਸਾਹਿਬ ਜੀ ਨੇ ਚਤੁਰਾਈ ਨੂੰ ਵਰਤਨ ਤੋਂ ਵਰਜਿਆ ਹੈ। ਜਦੋਂ ਮਾਇਆ ਦੇ ਪ੍ਰਭਾਵ ਦੇ ਵਿੱਚ, ਆਪ ਭੁਲੇਖੇ ਦੇ ਵਿੱਚ, ਸੈਲਫ ਡਿਸੈਪਸ਼ਨ ਦੇ ਵਿੱਚ ਹੋਵੇ, ਆਪਣੇ ਆਪ ਨੂੰ ਵੀ ਬੰਦਾ ਧੋਖਾ ਦਏ ਤੇ ਅਸਲ ਦੇ ਵਿੱਚ ਦੂਸਰੇ ਨੂੰ ਵੀ ਯੂਜ਼ ਕਰਨ ਦੇ ਰਾਹ ਦੇ ਉੱਤੇ ਧਰਮ ਦੇ ਨਾਂ ਤੇ ਚੱਲ ਪਏ। ਇਸ ਕਰਕੇ ਜਦੋਂ ਸਾਧੂ ਦੀ ਚੋਣ ਕਰਨੀ ਹੈ ਨਾ, ਉਦੋਂ ਅਸੀਂ ਅਕਲ ਤੋਂ, ਗੁਰੂ ਸਾਹਿਬ ਜੀ ਨੇ ਜ਼ਿਕਰ ਕੀਤਾ ਬੜੀਆਂ ਥਾਵਾਂ ਤੇ, ਗਲੀ ਜਿਨ੍ਹਾਂ ਜਪ ਮਾਲੀਆਂ, ਲੋਟੇ ਹੱਥ ਨੇ ਬੱਗ, ਓਏ ਹਰ ਕੇ ਸੰਤ ਨਾ ਆਖੀਆਂ, ਬਨਾਰਸ ਕੇ ਠੱਗ। ਉੱਥੇ ਠੱਗ ਵਰਤਿਆ ਗੁਰੂ ਸਾਹਿਬ ਜੀ ਨੇ। ਧਰਮ ਦੀ ਦੁਨੀਆ 'ਚ ਬਹੁਤ ਸਾਰੇ ਠੱਗ ਹੁੰਦੇ ਨੇ। ਬਾਬਾ ਕਬੀਰ ਜੀ ਕਾਂਸ਼ੀ ਦੇ ਵਿੱਚ ਰਹਿੰਦੇ ਸੀ। ਉੱਥੇ ਜਦੋਂ ਸ਼ਰਧਾਲੂ ਆ ਕੇ ਕਹਿੰਦੇ ਨੇ ਨਾ, ਤੁਸੀਂ ਬਹੁਤ ਚੰਗੀ ਧਰਤੀ 'ਤੇ ਰਹਿੰਦੇ ਹੋ, ਤੇ ਬਾਬਾ ਕਬੀਰ ਜੀ, ਤੁਹਾਨੂੰ ਪਤਾ ਹੋਏਗਾ ਕਿ ਕਾਂਸ਼ੀ ਦੇ ਬਾਰੇ ਇੱਕ ਵਿਚਾਰ ਸੀ ਵੀ ਇਸ ਧਰਤੀ 'ਤੇ ਰਹਿਣ ਵਾਲਾ ਸਿੱਧਾ ਸਵਰਗ ਨੂੰ ਜਾਂਦਾ, ਤੇ ਉਹਦੇ ਨਾਲ ਹੀ ਇੱਕ ਮਗਹਰ ਦਾ ਇਲਾਕਾ ਸੀ ਜਿੱਥੇ ਮਹਾਤਮਾ ਬੁੱਧ ਜੀ ਚੜ੍ਹਾਈ ਕੀਤੇ ਸੀ, ਉਹਨਾਂ ਨੇ ਉਪਦੇਸ਼ ਦਿੱਤਾ ਸੀ। ਹੁਣ ਮਹਾਤਮਾ ਬੁੱਧ ਜੀ ਦੀ ਆਈਡੀਓਲੋਜੀ ਟੋਟਲੀ ਬ੍ਰਹਮਨਿਕਲ ਸਿਸਟਮ ਦੇ ਖਿਲਾਫ ਸੀ। ਉਹ ਦੇਵੀ ਦੇਵਤਿਆਂ ਨੂੰ ਨਹੀਂ ਸੀ ਮੰਨਦੇ। ਜਦੋਂ ਉਹਨਾਂ ਦੇ ਲੋਕ ਸ਼ਰਧਾਲੂ ਚੇਲੇ ਬਣਦੇ ਸਨ ਨਾ, ਉਹ ਸਿੱਧੇ ਕਹਿੰਦੇ ਸੀ ਵੀ ਜੇ ਤੁਸੀਂ ਬੁੱਧ ਦੇ ਸੰਗ ਨੂੰ ਤੁਸੀਂ ਮੰਨਣਾ ਹੈ ਨਾ, ਮੇਰੀ ਸੰਗਤ ਦੇ ਵਿੱਚ ਇੱਥੇ ਆਉਣਾ ਹੈ ਦੁਨੀਆ ਦੀ ਭਲਾਈ ਲਈ, ਪਹਿਲੀ ਗੱਲ ਦੇਵੀ ਦੇਵਤਿਆਂ ਦਾ ਸਦਾ ਲਈ ਤਿਆਗ ਕਰੋ। ਉਹ ਕਹਿੰਦੇ ਸੀ ਵੀ ਇਹਨਾਂ ਦੇ ਨਾਲ ਕਹਾਣੀਆਂ ਐਸੀਆਂ ਜੁੜੀਆਂ ਜਿਹੜੀਆਂ ਕਰੈਕਟਰ ਤੋਂ ਡਿੱਗੇ ਹੋਏ ਨੇ, ਇਹ ਸ਼ਰਾਬ ਪੀਂਦੇ ਨੇ, ਇਹ ਸਭ ਤੋਂ ਦੁਰਾਚਾਰੀ ਨੇ। ਇਹ ਉਹਨੇ ਸ਼ਬਦ ਵਰਤਿਆ ਸੀ ਮਹਾਤਮਾ ਬੁੱਧ ਜੀ ਨੇ। ਫਿਰ ਤੁਸੀਂ ਵੇਦਾਂ ਸ਼ਾਸਤਰਾਂ ਨੂੰ ਅਥੈਂਟਿਕ ਕਿਤਾਬਾਂ ਨਹੀਂ ਮੰਨਣਾ, ਇਹਨਾਂ ਦੇ ਵਿੱਚ ਬਹੁਤ ਸਾਰਾ ਕੁਝ ਮਨੁੱਖਤਾ ਦੇ ਲਈ ਖਿਲਾਫ ਹੈ, ਹਿਊਮੈਨਿਟੀ ਦੇ ਖਿਲਾਫ ਹੈ। ਜਿਵੇਂ ਗੁਰੂ ਸਾਹਿਬ ਨੇ ਵੀ ਬਾਣੀ ਦੇ ਵਿੱਚ ਕਿਹਾ ਨਾ, ਵੇਦ ਕੀ ਪੁੱਤਰੀ ਸਿਮਰਤੀ ਭਾਈ, ਸਾਂਕਲ ਜੇਵੜੀ ਲੇਹ ਆਈ। ਵੀ ਵੇਦਾਂ ਤੋਂ ਜਿਹੜੀਆਂ ਸਿਮਰਤੀਆਂ ਪੈਦਾ ਹੋਈਆਂ ਨੇ, ਇਹ ਹਿੰਦੁਸਤਾਨ ਦੇ ਲਈ ਸੰਗਲ ਲੈ ਕੇ ਆਈ, ਗੁਲਾਮੀ ਦੇ ਸੰਗਲ ਲੈ ਕੇ ਆਈ ਸੀ। ਕਿਉਂ ਲੈ ਕੇ ਆਈ ਸੀ? ਇਹਨਾਂ ਨੇ 85% ਤੋਂ ਵੱਧ ਜਿਹੜੀ ਆਬਾਦੀ ਸੀ ਨਾ, ਉਹਨਾਂ ਨੂੰ ਕਹਿ ਦਿੱਤਾ ਸੀ ਸ਼ੂਦਰ, ਇਹਨਾਂ ਨੂੰ ਪੜ੍ਹਨ ਦਾ ਹੀ ਰਾਈਟ ਨਹੀਂ ਹੈ। ਅੱਜ ਵੀ ਮੈਂ ਕਈ ਵਾਰੀ ਅੱਜ ਤੱਕ ਉਹਦਾ ਨੁਕਸਾਨ ਹੋ ਰਿਹਾ, ਜਿਹੜਾ ਇਹਨਾਂ ਨੇ ਰੋਕ ਲਾਈ ਸੀ ਪੜ੍ਹਨ ਦੀ। ਕਿਵੇਂ ਹੋ ਰਿਹਾ? ਆ ਪਿੱਛੇ ਜੇ ਨਾ ਇੰਟਰਨੈਸ਼ਨਲ ਸਰਵੇ ਦੇ ਵਿੱਚ ਹਿੰਦੁਸਤਾਨ ਨੂੰ ਸੌਫਟ ਸਟੇਟ ਦਾ ਦਰਜਾ ਦਿੱਤਾ। ਸੌਫਟ ਸਟੇਟ ਕਹਿੰਦੇ ਨੇ ਜਿੱਥੇ ਕਾਨੂੰਨ ਬਣੇ ਪਰ ਜਿਹੜਾ ਮਰਜ਼ੀ ਤੋੜੀ ਜਾਏ ਉਹਨੂੰ ਸਾਰਿਆਂ ਨੂੰ ਸਜ਼ਾ ਨਾ ਮਿਲੇ, ਵੀ ਉਹਦੀ ਨਾ। ਤੇ ਜਦੋਂ ਬ੍ਰਿਟਿਸ਼ ਨੇ ਵੀ ਕਾਨੂੰਨ ਬਣਾਇਆ ਨਾ, ਉਹਨਾਂ ਨੇ ਤੇ ਸਖਤੀ ਨਾਲ ਲਾਗੂ ਕੀਤਾ ਸੀ, ਪਰ ਹਿੰਦੁਸਤਾਨ ਦੇ ਅੱਗੇ ਕਮਜ਼ੋਰੀ ਸੀ ਵੀ ਸਾਡੇ ਦੂਰ ਦਰਾਜ਼ ਦੇ ਇਲਾਕੇ ਨੇ, ਜਿਹੜੇ ਰਿਮੋਟ ਏਰੀਆਜ਼ ਨੇ, ਉੱਥੇ ਤੇ ਬੰਦੇ ਬਿਲਕੁਲ ਅਨਪੜ੍ਹ ਨੇ, ਤੇ ਕਾਨੂੰਨ ਭਾਵੇਂ ਬਣਾ ਕੇ ਦਿੱਲੀ ਰੱਖ ਛੱਡੋ ਕਿਧਰੇ, ਉਹਨਾਂ ਨੂੰ ਕਈ ਥਾਵਾਂ ਦੇ ਉੱਤੇ ਤੇ ਬਿਜਲੀ ਵੀ ਨਹੀਂ, ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿਹੜਾ ਕਾਨੂੰਨ ਬਣਿਆ ਤੇ ਕਿਹੜਾ ਨਹੀਂ ਬਣਿਆ। ਹੁਣ ਜੇ ਅਵੇਅਰ ਨਹੀਂ ਹੋਣਗੇ ਤੇ ਉਹ ਕਾਨੂੰਨ ਤੋੜਦਿਆਂ ਉਹਨਾਂ ਨੂੰ ਪਤਾ ਹੀ ਨਹੀਂ ਲੱਗਣਾ ਵੀ ਇਹ ਕਾਨੂੰਨ ਟੁੱਟ ਗਿਆ ਜਾਂ ਨਹੀਂ, ਤੇ ਇੰਨੀਆਂ ਜੇਲ੍ਹਾਂ ਵੀ ਨਹੀਂ ਜਿਨ੍ਹਾਂ ਨੂੰ ਡੱਕਿਆ ਜਾ ਸਕੇ। ਇਸ ਕਰਕੇ ਜਿਹੜਾ ਉਹ ਸਿਸਟਮ ਜਿਹੜਾ ਢਿੱਲਾ ਮੱਠਾ ਚੱਲਦਾ ਰਿਹਾ, ਹੁਣ ਤੱਕ ਚੱਲਦਾ, ਤੇ ਕਾਨੂੰਨਾਂ ਦੀ ਚੀਜ਼ ਨਹੀਂ, ਜਿਹੜਾ ਮਰਜ਼ੀ ਬੰਦਾ ਦੰਗੇ ਫਸਾਦ ਕਰਦਾ। ਫਿਰ ਉੱਥੇ ਅਸਲ ਦੇ ਵਿੱਚ ਜੇ ਇੰਨੇ ਬੰਦੇ ਅਨਪੜ੍ਹ ਹੋਣਗੇ ਤੇ ਤੁਸੀਂ ਵੇਖੋਗੇ ਸਾਇੰਸ ਤੇ ਇਨੋਵੇਸ਼ਨ ਦੇ ਵਿੱਚ, ਟੈਕਨੋਲੋਜੀ ਦੇ ਵਿੱਚ ਉਹ ਦੇਸ਼ ਅੱਗੇ ਨਹੀਂ ਵਧੇਗਾ। ਅਸੀਂ ਇਹਨਾਂ ਦੇਸ਼ਾਂ ਦੇ ਵਿੱਚ ਕਿਉਂ ਅੱਗੇ ਇੱਥੇ ਆਏ ਹਾਂ? ਕਿਉਂਕਿ ਇੱਥੇ ਐਜੂਕੇਸ਼ਨ ਸੀ, ਸਾਇੰਸ ਐਂਡ ਟੈਕਨੋਲੋਜੀ ਦੇ ਵਿੱਚ ਲੋਕ ਵਿਕਸਿਤ ਸਨ। ਸਾਨੂੰ ਆਉਂਦਿਆਂ ਹੀ 40, 50, 100, 150, 200 ਸਾਲ ਇਹਨਾਂ ਨੇ ਬੂਸਟ ਕਰ ਦਿੱਤੀ ਸਾਡੀ ਲਾਈਫ, ਤੇ ਸਾਨੂੰ ਲੱਗਾ ਵੀ ਅਮਰੀਕਾ ਜਾਂ ਵੈਸਟ ਜਿਹੜਾ ਗੁੱਡ ਹੈ। ਕਹਿਣ ਤੋਂ ਮੁਰਾਦ ਅਸਲ ਦੇ ਵਿੱਚ ਉਹ ਖਮਿਆਜ਼ਾ ਅਜੇ ਤੱਕ ਜਿਹੜਾ ਉਹ ਕੰਟਰੀ ਜਿਹੜਾ ਭੁਗਤਦਾ, ਜਿੱਥੇ ਵੀ ਉਹ ਗੱਲ ਕੀਤੀ ਗਈ। ਤੇ ਇਹ ਜਿਹੜੀ ਸਿਆਣਪ ਨਹੀਂ ਸੀ ਅਸਲ ਦੇ ਵਿੱਚ, ਇਹ ਬੜੀ ਮਨੁੱਖਤਾ ਤੇ ਮਾਰੂ ਜਿਹੜਾ ਹਮਲਾ ਸੀ, ਜਿਹੜਾ ਆਮ ਕਰਕੇ ਉੱਥੋਂ ਦੇ ਜਿਹੜੇ ਧਾਰਮਿਕ ਲੋਕ ਜਿਹੜੇ ਦੇ ਰਹੇ ਸਨ, ਇਹ ਜਿਹੜਾ ਹਿੰਦੁਸਤਾਨ ਦੇ ਆਮ ਬੰਦੇ ਨੂੰ ਲੁੱਟਿਆ ਜਾ ਰਿਹਾ ਸੀ। ਇਸ ਕਰਕੇ ਗੁਰੂ ਸਾਹਿਬ ਜੀ ਨੇ ਜਿਹੜੀ ਸਿਆਣਪ ਵਰਤੀ ਨਾ,
ਉਹ ਕਲੈਵਰਨੈਸ ਸੀ ਜਿਹੜੀ ਮਨੁੱਖਤਾ ਨੂੰ ਯੂਜ਼ ਕਰਨ ਦੇ ਲਈ ਗੁਰੂ ਸਾਹਿਬ ਜੀ ਨੇ ਮਨਾ ਕੀਤੀ ਸੀ। ਅੱਜ ਵੀ ਜਦੋਂ ਗੁਰੂ ਸਾਹਿਬ ਜੀ ਇੱਥੇ ਸ਼ਬਦ ਵਰਤ ਰਹੇ ਨੇ ਨਾ, ਸਾਧੂ ਕੀ ਮਨ ਓਟ ਗਹੋ ਉਕਤ ਸਿਆਣਪ ਤਿਆਗ। ਉਕਤ ਦਾ ਮਤਲਬ ਹੈ ਆਪਣੀਆਂ ਯੁਕਤੀਆਂ, ਆਪਣੀ ਸਟ੍ਰੈਟਜੀ ਛੱਡ ਕੇ। ਸਾਡੀ ਸਟ੍ਰੈਟਜੀ ਕੀ ਹੈ? ਅਸੀਂ ਹੁਣ ਅੰਮ੍ਰਿਤ ਛਕ ਲੈਂਦੇ ਹਾਂ। ਅੰਮ੍ਰਿਤ ਛਕਣ ਤੋਂ ਬਾਅਦ ਵੀ ਅਸੀਂ ਆਪਣੇ ਨਾਂ ਦੇ ਨਾਲ ਸਰਨੇਮ ਲਿਖਦੇ ਹਾਂ। ਕੋਈ ਗਿੱਲ ਲਿਖ ਰਿਹਾ, ਕੋਈ ਸੰਧੂ ਲਿਖ ਰਿਹਾ, ਕੋਈ ਕੁਝ ਲਿਖ ਰਿਹਾ। ਸਾਰੇ ਸਿੱਖਾਂ ਦੇ ਨਾਲ ਤਕਰੀਬਨ ਅੱਧੇ ਤੋਂ ਵੱਧ ਅਸੀਂ ਲਿਖ ਲੈਂਦੇ ਹਾਂ ਇਸ ਤਰ੍ਹਾਂ। ਅਤੇ ਆ ਪਿੱਛੇ ਜੇ ਕਾਟਜੂ ਨੇ ਗੱਲ ਕਹੀ ਸੀ, ਹੈ ਤੇ ਉਹ ਬੜੀ ਬਲੰਟ ਸੀ, ਅਤੇ ਨੋ ਡਾਊਟ ਵੀ ਅਸੀਂ ਰੋਜ਼ ਅਰਦਾਸ ਵੀ ਕਰਨੇ ਆ ਗੁਰੂ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਵੀ ਰਾਜ ਕਰੇਗਾ ਖਾਲਸਾ। ਅਤੇ ਖਾਲਸੇ ਦਾ ਜਦੋਂ ਰਾਜ ਆਇਆ ਸੀ ਨਾ, ਉਦੋਂ ਸਾਰੇ ਸਿੱਖਾਂ ਦੇ ਵਿੱਚ ਜਾਤੀਵਾਦ ਨਹੀਂ ਸੀ, ਟੋਟਲੀ ਏਕਤਾ ਸੀ। ਏਕਤਾ ਨਾਲ 100 ਸਾਲ ਸਿੱਖ ਲੜੇ, ਇੱਕ ਸਿੱਖ ਨੂੰ ਵੀ ਕੰਡਾ ਚੁੱਭਦਾ ਸੀ, ਸਾਰੀ ਕੌਮ ਨੂੰ ਉਹਦਾ ਦਰਦ ਹੁੰਦਾ ਸੀ, ਇੰਨੀ ਆਪਸ ਦੇ ਵਿੱਚ ਏਕਤਾ ਸੀ। ਅਤੇ ਹੁਣ ਤਾਂ ਅਸੀਂ ਸੰਪਰਦਾਵਾਂ ਦੇ ਵਿੱਚ, ਜਾਤਾਂ ਪਾਤਾਂ ਦੇ ਵਿੱਚ ਬੜੀਆਂ ਥਾਵਾਂ ਦੇ ਉੱਤੇ ਜਿਹੜਾ ਉਕਤੀਆਂ ਜੁਗਤੀਆਂ ਲਾ ਕੇ ਵੰਡੇ ਹੋਏ ਆ। ਅਤੇ ਉਹਨੇ ਕਿਹਾ ਵੀ ਸਿੱਖੋ, ਤੁਸੀਂ ਖਾਲਿਸਤਾਨ ਦੀ ਤਾਂ ਗੱਲ ਕਰਦੇ ਹੋ, ਨੋ ਡਾਊਟ ਵੀ ਇਹ ਸਾਡਾ ਰਾਈਟ ਹੈ, ਆਪਾਂ ਰੋਜ਼ ਗੱਲ ਕਰਨੇ ਔਰ ਹਰ ਗੁਰਦੁਆਰੇ ਦੇ ਵਿੱਚ ਹਰ ਕੌਮ ਨੂੰ ਆਪਣਾ ਰਾਈਟ ਹੈ। ਪਰ ਉਹਨੇ ਇੱਕ ਗੱਲ ਕਹੀ, ਕਹਿਣ ਲੱਗੇ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਸਿੱਖੀਜ਼ਮ ਸ਼ੁਰੂ ਕੀਤਾ ਤੇ ਉਹਨਾਂ ਨੇ ਜਿਹੜਾ ਜਾਤੀਵਾਦ ਤੇ ਵਿਤਕਰਿਆਂ ਦੇ ਖਿਲਾਫ ਰਿਵੋਲਟ ਸ਼ੁਰੂ ਕੀਤਾ ਸੀ, ਇੱਕ ਬਗਾਵਤ ਸੀ ਉਹਨਾਂ ਦੀ, ਸਾਰਿਆਂ ਨੂੰ ਇੱਕਤਾ ਦਾ ਅਹਿਸਾਸ ਕਰਵਾਇਆ। ਤੇ ਕਹਿਣ ਲੱਗੇ ਤੁਸੀਂ ਉਹਨਾਂ ਦੀ ਗੱਲ ਨਹੀਂ ਮੰਨਦੇ, ਤੁਸੀਂ ਤੇ ਸਿੱਖ ਹੀ ਨਹੀਂ। ਉਹਨੇ ਪਹਿਲੀ ਗੱਲ ਕਹੀ। ਔਰ ਇਹ ਜਿਹੜਾ ਆਮ ਕਰਕੇ ਕਲਿੱਪ ਘੁੰਮ ਰਿਹਾ, ਤੁਸੀਂ YouTube ਤੇ ਵੇਖ ਸਕਦੇ ਹੋ, ਕਹਿੰਦੇ ਵੀ ਤੁਸੀਂ ਤੇ ਸਿੱਖ ਹੀ ਨਹੀਂ, ਅਸਲ ਦੇ ਵਿੱਚ ਪਹਿਲੇ ਸਟੈਪ ਤੇ ਹੀ ਫੇਲ ਹੋਏ। ਵੀ ਗੁਰੂ ਨਾਨਕ ਸਾਹਿਬ ਰਿਵੋਲਟ ਕਰਦੇ ਨੇ ਜਾਤੀਵਾਦ ਦੇ ਖਿਲਾਫ, ਤੇ ਤੁਸੀਂ ਅਸਲ ਦੇ ਵਿੱਚ, ਇਹਦਾ ਮਤਲਬ ਹੈ ਇਹ ਜੁਗਤੀ ਅਸੀਂ ਲਾਈ ਹੈ ਵੀ ਅਸੀਂ ਖਾਲਸੇ ਵੀ ਪੱਕੇ ਆ, ਪਰ ਅਸੀਂ ਜਾਤੀਵਾਦ ਵੀ ਨਹੀਂ ਛੱਡਣਾ। ਇਹ ਸਾਡੀ ਜੁਗਤੀ ਹੈ, ਔਰ ਅੰਮ੍ਰਿਤ ਛਕਣ ਤੋਂ ਬਾਅਦ ਵੀ ਨਹੀਂ ਕਈ ਛੱਡਦੇ। ਜਿਹੜਾ ਇਸ ਕਰਕੇ ਕਈ ਲੋਕ ਇਹ ਜੁਗਤੀ ਲਾਉਂਦੇ ਨੇ। ਗੁਰੂ ਸਾਹਿਬ ਜੀ ਨੇ ਜੇ ਜ਼ਿਕਰ ਕੀਤਾ, ਪ੍ਰਥਮ ਰਹਿਤ ਜੇ ਜਾਨ ਖੰਡੇ ਕੀ ਪੌਲ ਛਕੇ, ਮੈਂ ਪਹਿਲਾਂ ਵੀ ਅਰਜ਼ ਕੀਤੀ ਸੀ। ਕਈ ਵਾਰੀ ਨੌਜਵਾਨ ਕਹਿੰਦੇ ਨੇ ਵੀ ਕੀ ਸਿੱਖ ਨਹੀਂ ਹੋ ਸਕਦਾ ਵੀ ਜੇ ਬੰਦਾ ਕੇਸ਼ ਨਾ ਰੱਖੇ ਤੇ ਅੰਮ੍ਰਿਤ ਨਾ ਛਕੇ? ਤੇ ਮੈਂ ਉਹਨਾਂ ਨੂੰ ਇੱਕੋ ਹੀ ਗੱਲ ਕਹਿਣਾ ਹੁੰਦਾ, ਚੰਗਾ ਇਨਸਾਨ ਹੋ ਸਕਦਾ, ਕਿਹਦੇ ਨਾਲ ਵਿਤਕਰਾ ਨਹੀਂ, ਅਸੀਂ ਕਿਸੇ ਨੂੰ ਸਟਿਗਮੇਟਾਈਜ਼ ਨਹੀਂ ਕਰ ਰਹੇ ਇੱਥੇ। ਪਰ ਜੇ ਸਿੱਖੀ ਦੀ ਗੱਲ ਹੈ ਅਸਲ ਦੇ ਵਿੱਚ, ਤੇ ਉਹ ਇਹ ਗੱਲ ਹੈ ਵੀ ਜੇ, ਤੇ ਮੈਂ ਉਹਨਾਂ ਨੂੰ ਇੱਕੋ ਹੀ ਜਵਾਬ ਦੇਣਾ ਹੁੰਦਾ ਵੀ ਜੇ ਤੇ ਤੁਹਾਨੂੰ ਲੱਗਦਾ ਵੀ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਤੋਂ ਜ਼ਿਆਦਾ ਸਿਆਣੇ ਹੋ, ਜੇ ਜ਼ਿਆਦਾ ਸਿਆਣੇ ਹੋ ਫਿਰ ਤਾਂ ਤੁਸੀਂ ਬ੍ਰਹਮ ਗਿਆਨੀ, ਤੁਸੀਂ ਗੁਰੂ ਰੱਬ ਤੁਸੀਂ ਹੋ। ਤੇ ਜੇ ਤੁਹਾਨੂੰ ਲੱਗਦਾ ਵੀ ਗੁਰੂ ਗੋਬਿੰਦ ਸਿੰਘ ਜੀ ਜ਼ਿਆਦਾ ਸਿਆਣੇ ਸੀ, ਫਿਰ ਤੇ ਤੁਹਾਨੂੰ ਉਹ ਦੁਹਰਾਉਣਾ ਹੀ ਪਏਗਾ। ਫਿਰ ਤੇ ਉਕਤ ਸਿਆਣਪ ਆਪਣੀ ਤੇ ਨਹੀਂ ਚੱਲਣੀ। ਸਾਧੂ ਕੀ ਮਨ ਓਟ ਗਹੋ ਉਕਤ ਸਿਆਣਪ ਤਿਆਗ। ਫਿਰ ਤੇ ਸਿਆਣਪ ਛੱਡਣੀ ਪਏਗੀ, ਉਹ ਚਤੁਰਾਈ ਛੱਡਣੀ ਪਏਗੀ ਵੀ ਮੈਂ ਖਾਲਸਾ ਵੀ ਪੱਕਾ ਵਾਂ, ਸਿੱਖ ਵੀ ਪੱਕਾ। ਕੇਵਲ ਸਿੱਖ ਦੇ ਘਰ ਦੇ ਵਿੱਚ ਜਨਮ ਲੈਣ ਦੇ ਨਾਲ ਕੋਈ ਸਿੱਖ ਨਹੀਂ ਬਣ ਸਕਦਾ। ਕਿਉਂਕਿ ਜੇ ਡਾਕਟਰ ਦੇ ਘਰ ਦੇ ਵਿੱਚ ਜਨਮ ਲਿਆ ਹੋਵੇ ਬੰਦੇ ਨੇ, ਕਿਸੇ ਬੱਚੇ ਨੇ, ਤਾਂ ਜਦੋਂ 20-22 ਸਾਲਾਂ ਦਾ ਹੋਵੇ, ਹਸਪੀਟਲ ਜਾ ਕੇ ਕਹੇ ਅੱਜ ਤੋਂ ਬਾਅਦ ਮੈਂ ਹਾਰਟ ਦੀਆਂ ਸਰਜਰੀਜ਼ ਕਰਨੀਆਂ ਨੇ, ਕਿਉਂਕਿ ਮੈਂ ਉਹ ਕਹਿਣ ਵੇਖੋ ਜੀ ਮੈਂ ਡਾਕਟਰ ਦੀ ਸੰਗਤ ਕੀਤੀ ਔਰ 20-25 ਸਾਲ ਕੀਤੀ ਹੈ, ਉਹ ਕਹਿਣਗੇ ਨਹੀਂ, ਅਸਲ ਦੇ ਵਿੱਚ ਤੈਨੂੰ ਇੱਕ ਪ੍ਰੋਸੈਸ ਦੇ ਵਿੱਚੋਂ ਗੁਜ਼ਰਨਾ ਪੈਣਾ, ਉਸ ਤੋਂ ਬਿਨਾਂ ਤੈਨੂੰ ਉਹ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਕੋਈ ਬੰਦਾ ਵਕੀਲ ਦੇ ਘਰ ਦੇ ਵਿੱਚ ਪੈਦਾ ਹੋ ਕੇ ਜਿਹੜਾ ਵਕਾਲਤ ਨਹੀਂ ਕਰ ਸਕਦਾ। ਅਸਲ ਦੇ ਵਿੱਚ ਹਰ ਚੀਜ਼ ਦਾ ਪ੍ਰੋਸੈਸ ਫੋਲੋ ਕਰਨਾ ਪੈਂਦਾ। ਇਸ ਕਰਕੇ ਪਰ ਅਸੀਂ ਕਹਿੰਦੇ ਬਾਈ ਬਰਥ ਅਸੀਂ ਸਿੱਖ ਹਾਂ। ਗੁਰੂ ਸਾਹਿਬ ਜੀ ਤੇ ਕਹਿੰਦੇ ਨੇ ਸਿੱਖੀ ਸਿੱਖਿਆ ਗੁਰ ਵਿਚਾਰ, ਇਹ ਯੁਕਤੀ ਅਸੀਂ ਵਰਤੀ ਹੈ। ਇੱਕ ਹੋਰ ਇਸ ਤੋਂ ਅਗਲੀ ਯੁਕਤੀ ਹੈ ਜਿਹੜੀ ਉਹ ਵੈਸੇ ਜ਼ਿਆਦਾ ਬਲੰਟ ਹੈ, ਪਰ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ, ਸਟ੍ਰੇਟ ਫਾਰਵਰਡ ਜ਼ਿਆਦਾ ਹੈ। ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ, ਸਾਨੂੰ ਗੁਰੂ ਸਾਹਿਬ ਜੀ ਨੇ ਕਿਹਾ ਆਗਿਆ ਪਈ ਅਕਾਲ ਕੀ ਤਭੀ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸਾਡੇ ਗੁਰੂ ਗ੍ਰੰਥ ਸਾਹਿਬ ਜੀ ਨੇ ਨਾ, ਤੇ ਜੇ ਗੁਰੂ ਗ੍ਰੰਥ ਸਾਹਿਬ ਜੀ ਨੇ, ਜਿੰਨੇ ਵੀ ਅਸੀਂ ਸਿੱਖ ਹਾਂ, ਜਦੋਂ ਅੰਮ੍ਰਿਤ ਛਕਾਇਆ ਜਾਂਦਾ ਇਹ ਕਿਹਾ ਜਾਂਦਾ ਨਾ ਵੀ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਹੋ, ਮਾਤਾ ਜੀ ਤੁਹਾਡੇ ਸਾਹਿਬ ਕੌਰ ਜੀ ਨੇ, ਤੁਸੀਂ ਅੱਜ ਤੋਂ ਬਾਅਦ ਇੱਕ ਪਰਿਵਾਰ ਦੇ ਮੈਂਬਰ ਹੋ। ਪਰ ਕੀ ਸਾਡੇ 'ਚ ਕੌਮੀ ਏਕਤਾ ਹੈਗੀ ਜੇ ਸਾਰੇ ਕੌਮ ਵੱਲ ਝਾਤੀ ਮਾਰ ਕੇ ਵੇਖੀਏ? ਤੇ ਨਹੀਂ ਹੈ। ਉਹਦਾ ਕਾਰਨ ਪਤਾ ਕੀ ਹੈ? ਦੋ ਐਗਜ਼ਾਮਪਲਸ ਨੇ।
ਇੱਕ ਐਗਜ਼ਾਮਪਲ, ਜਦੋਂ ਵੀ ਕਿਸੇ ਵੀ ਕੌਮ ਦਾ ਕੋਈ ਫਾਊਂਡਰ ਜਦੋਂ ਫਾਊਂਡੇਸ਼ਨ ਰੱਖਣ ਤੋਂ ਬਾਅਦ ਜਦੋਂ ਤੱਕ ਤੇ ਆਪ ਵਿਚਰਦਾ ਹੈ, ਉਦੋਂ ਤੱਕ ਉਹਦੀ ਆਈਡੀਓਲੋਜੀ ਦੇ ਇੱਕੋ ਹੀ ਅਰਥ ਹੁੰਦੇ ਨੇ। ਜਦੋਂ ਸਰੀਰ ਕਰਕੇ ਉਹ ਆਪ ਚਲਾ ਜਾਏ, ਉਹਦੀ ਆਈਡੀਓਲੋਜੀ ਦੇ ਸੇਮ ਅਰਥ ਆਪਾਂ ਗੁਰਬਾਣੀ ਸਮਝ ਰਹੇ ਹਾਂ, ਪਰ ਜੋ ਗੁਰੂ ਸਾਹਿਬ ਜੀ ਨੇ ਸੋਚ ਕੇ ਆਪਣੇ ਉਹਨਾਂ ਦੀ ਮਨ ਦੀ ਸਟੇਟ ਆਫ ਮਾਈਂਡ ਸੀ, ਉੱਥੇ ਤੱਕ ਨਹੀਂ ਅਸੀਂ ਪਹੁੰਚ ਸਕਦੇ, ਕੋਈ ਵਿਆਖਿਆਕਾਰ ਨਹੀਂ ਪਹੁੰਚ ਸਕਦਾ। ਉਹਦੀ ਵਿਆਖਿਆ ਇੰਟਰਪ੍ਰੀਟੇਸ਼ਨ ਜਿਹੜੀ ਆਪਣੀ ਮਰਜ਼ੀ ਦੇ ਨਾਲ ਹੋਏਗੀ, ਜਾਂ ਇਸ ਤਰ੍ਹਾਂ ਕਹਿ ਲਓ, ਬੰਦਾ ਜੇ ਠੀਕ ਵੀ ਹੋਵੇ ਤੇ ਜੇ ਬਿਲਕੁਲ ਉਹਦੀ ਅੰਦਰੋਂ ਭਾਵਨਾ ਵੀ ਗਲਤ ਨਾ ਹੋਵੇ, ਤਾਂ ਵੀ ਉਹ ਅਸਲ ਦੇ ਵਿੱਚ ਉੱਥੇ ਤੱਕ ਨਹੀਂ ਪਹੁੰਚ ਸਕਦਾ ਜਿਹੜੀ ਅਵਸਥਾ ਗੁਰੂ ਸਾਹਿਬ ਜੀ ਦੀ ਹੈ। ਤੇ ਉਹ ਸਾਰਿਆਂ ਨਾਲ ਵਾਪਰਿਆ। ਤੁਸੀਂ ਵੇਖੋ, ਜਿਵੇਂ ਕਮਿਊਨਿਜ਼ਮ ਹੈ ਨਾ, ਲੈਨਿਨ ਮਾਰਕਸ ਨੇ ਜੋ ਦਿੱਤਾ, ਉਹਨਾਂ ਦੇ ਜਾਣ ਤੋਂ ਬਾਅਦ ਉਹਦੇ ਕਈ ਮਾਡਲ ਬਣ ਗਏ। ਇੱਕ ਮਾਡਲ ਹੈ ਰਸ਼ੀਆ ਦੇ ਕੋਲ, ਉਹ ਵੀ ਕਮਿਊਨਿਸਟ ਕੰਟਰੀ ਹੈ। ਇੱਕ ਚਾਈਨਾ ਦੇ ਕੋਲ ਉਹਦਾ ਮਾਡਲ ਹੈ, ਇੱਕ ਕਿਊਬਾ ਦੇ ਕੋਲ ਹੈ, ਇੱਕ ਨਾਰਥ ਜਿਹੜਾ ਕੋਰੀਆ ਦੇ ਕੋਲ ਹੈ। ਇਸ ਤਰ੍ਹਾਂ ਹੋਰ ਵੀ ਕਮਿਊਨਿਸਟ ਕੰਟਰੀ ਨੇ। ਹੁਣ ਇੱਕ ਬੰਦੇ ਤੋਂ ਆਈਡੀਓਲੋਜੀ ਸ਼ੁਰੂ ਹੋਈ, ਵੱਖ-ਵੱਖ ਮਾਡਲ ਨੇ, ਜਿਹਦੇ 'ਚ ਕੁਝ ਗੱਲਾਂ ਡਿਸੈਂਬਲ ਨੇ ਵਿੱਚੋਂ ਕੱਢ ਦਿੱਤੀਆਂ ਗਈਆਂ, ਕੁਝ ਗੱਲਾਂ ਰੀਅਸੈਂਬਲ ਨੇ ਵਿੱਚ ਹੋਰ ਪਾ ਦਿੱਤੀਆਂ ਗਈਆਂ, ਕੁਝ ਗੱਲਾਂ ਰਿਜ਼ੈਂਬਲ ਨੇ ਜਿਹੜੀਆਂ ਸੇਮ ਆ ਰਹੀਆਂ ਨੇ ਉਧਰੋਂ। ਸੇਮ ਇਸੇ ਤਰ੍ਹਾਂ ਦੂਸਰਾ ਹੈ, ਤੁਸੀਂ ਆਮ ਲਫ਼ਜ਼ ਵਰਤਦੇ ਸੁਣਦੇ ਹੋ, ਜੇ ਥੋੜ੍ਹਾ ਜਿਹਾ ਜਿਹੜਾ ਆਲੇ ਦੁਆਲੇ ਦੇ ਨਾਲ ਵਾਹ ਪੈਂਦਾ ਹੈ, ਉਹ ਹੈ ਸੈਕੂਲਰ ਸ਼ਬਦ, ਸੈਕੂਲਿਜ਼ਮ। ਸੈਕੂਲਰ ਦਾ ਜਿਹੜਾ ਢਾਂਚਾ ਨਾ ਅਮਰੀਕਾ ਦਾ ਮਾਡਲ ਬਿਲਕੁਲ ਵੱਖਰਾ ਹੈ। ਇੱਥੇ ਆਜ਼ਾਦ ਹੈ, ਧਰਮ ਜਿਹੜਾ ਟੋਟਲੀ ਇਨਡਿਫਰੈਂਟ ਹੈ, ਉਹ ਜਿਹੜਾ ਰਾਜਨੀਤੀ ਦੇ ਵਿੱਚ ਇੰਟਰਫੇਅਰ ਨਹੀਂ ਕਰਦਾ ਜ਼ਿਆਦਾ, ਤੇ ਰਾਜਨੀਤੀ ਧਰਮ ਦੇ ਵਿੱਚ ਜ਼ਿਆਦਾ ਇੰਟਰਫੇਅਰ ਨਹੀਂ ਕਰਦੀ। ਫਰਾਂਸ ਦਾ ਜਿਹੜਾ ਸੈਕੂਲਿਜ਼ਮ ਦਾ ਮਾਡਲ ਹੈ ਟੋਟਲੀ ਵੱਖਰਾ। ਉੱਥੇ ਨਾ ਕੋਈ ਬੁਰਕਾ ਪਾ ਸਕਦਾ, ਨਾ ਪੱਗ ਬੰਨ੍ਹ ਸਕਦਾ, ਜਿਹੜਾ ਉਹ ਅਸਲ ਦੇ ਵਿੱਚ ਇਸ ਤਰ੍ਹਾਂ ਦਾ ਸਾਡੇ ਨਾਲ ਵਾਹ ਪੈ ਰਿਹਾ ਉਹ ਸਿਸਟਮ ਦਾ। ਇਸੇ ਤਰ੍ਹਾਂ ਇੰਡੀਆ ਦਾ ਜਿਹੜਾ ਸੈਕੂਲਿਜ਼ਮ ਦਾ ਮਾਡਲ ਹੈ ਟੋਟਲੀ ਵੱਖਰਾ। ਉਹ ਕਹਿੰਦੇ ਨੇ ਅਸੀਂ ਹੱਜ ਲਈ ਜਾਂ ਮਿਨੋਰਿਟੀਜ਼ ਲਈ ਸਕੂਲਾਂ ਕਾਲਜਾਂ ਲਈ ਪੈਸਾ ਵੀ ਦਿੰਦੇ ਆ, ਉਹਨਾਂ ਨੂੰ ਐਬਸੋਲਿਊਟ ਫਰੀडम ਨਹੀਂ ਦਿੱਤਾ ਜਾ ਸਕਦਾ ਵੀ ਧਾਰਮਿਕ ਸਥਾਨਾਂ 'ਤੇ ਵੀ ਜੋ ਮਰਜ਼ੀ ਉਹ ਕਰਨ। ਇਸ ਕਰਕੇ ਹੁਣ ਤਾਂ ਕੁਝ ਏਜੰਸੀਆਂ ਨੇ, ਤੁਸੀਂ ਹਰ ਗੁਰਦੁਆਰੇ 'ਚ ਇੱਕ ਦੋ ਬੰਦਾ ਆ ਬਾਹਰਲੇ ਵੱਡੇ ਗੁਰਦੁਆਰਿਆਂ 'ਤੇ ਏਜੰਸੀਆਂ ਦੇ ਹੁੰਦੇ ਹੀ ਨੇ ਤਕਰੀਬਨ, ਤੇ ਉਹ ਐਬਸੋਲਿਊਟ ਫਰੀडम ਨਹੀਂ ਦਿੰਦੇ ਧਰਮ ਨੂੰ। ਕਹਿਣ ਦਾ ਮਤਲਬ ਸੈਕੂਲਰ ਹੈ, ਪਰ ਉਹਨਾਂ ਦਾ ਮਾਡਲ ਵੱਖਰਾ ਹੈ। ਇਸੇ ਤਰ੍ਹਾਂ ਜਿਹੜਾ ਫੈਡਰਲ ਹੈ ਸ਼ਬਦ, ਫੈਡਰਲ ਦਾ ਜਿਹੜਾ ਅਮਰੀਕਾ ਦਾ ਜਿਹੜਾ ਮਾਡਲ ਹੈ ਨਾ, ਇਹਦੇ 'ਚ ਕਮਿੰਗ ਟੂਗੈਦਰ, ਵੀ ਸਾਰੇ ਜਿਹੜੇ ਸਟੇਟਸ ਨੇ ਆਪ ਨਿਰਣਾ ਲਿਆ ਹੋਇਆ। ਤੇ ਜਿਹੜਾ ਹਿੰਦੁਸਤਾਨ ਦਾ, ਉੱਥੇ ਸਟੇਟਸ ਨੂੰ ਦਰਜਾ ਨਹੀਂ। ਜਿਵੇਂ ਅਸੀਂ ਸਾਡੀ ਪੰਜਾਬੀ ਸੂਬੇ ਦੀ ਗੱਲ ਚੱਲ ਰਹੀ ਹੈ, ਆਨੰਦਪੁਰ ਦੇ ਮਤੇ ਦੀ ਗੱਲ ਚੱਲਦੀ ਹੈ, ਉੱਥੇ ਹੋਲਡਿੰਗ ਟੂਗੈਦਰ ਹੈ, ਧੱਕੇ ਨਾਲ ਸਟੇਟਾਂ ਨੂੰ ਫੜ ਕੇ ਰੱਖਿਆ ਹੋਇਆ ਭਾਸ਼ਾ ਹੋਰ ਸਾਰੀਆਂ। ਉਹਦਾ ਕਾਰਨ ਹੈ ਕਿਉਂਕਿ ਉਹ ਕਹਿੰਦੇ ਨੇ ਵੀ ਜੇ ਇੰਨੀਆਂ ਭਾਸ਼ਾ ਨੇ, ਇੰਨੇ ਵੱਖ-ਵੱਖ ਧਰਮਾਂ ਦੇ ਲੋਕ ਨੇ, ਦੇਸ਼ ਜਿਹੜਾ ਖਿਲਰ ਜਾਏਗਾ। ਇਸ ਕਰਕੇ ਉਹਨਾਂ ਨੂੰ ਫਰੀडम ਉਸ ਕਿਸਮ ਦੀ ਨਹੀਂ। ਹੋਲਡਿੰਗ ਟੂਗੈਦਰ, ਇੱਥੇ ਕਮਿੰਗ ਟੂਗੈਦਰ ਹੈ, ਵੱਖਰਾ ਮਾਡਲ ਹੈ। ਸੇਮ ਗੁਰੂ ਨਾਨਕ ਸਾਹਿਬ ਜੀ ਦੇ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਤੱਕ ਨਾ ਇੱਕ ਹੀ ਸਿੱਖੀ ਰਹਿੰਦੀ ਹੈ। ਤੇ ਉਸ ਤੋਂ ਬਾਅਦ ਕਿਉਂਕਿ ਜਿਵੇਂ ਜਿਵੇਂ ਸੰਪਰਦਾਵਾਂ ਬਣੀਆਂ ਗਈਆਂ ਨਾ, ਹੁਣ ਮੈਂ ਤੁਹਾਡੇ ਸਾਹਮਣੇ ਐਗਜ਼ਾਮਪਲ ਦੇ ਰਿਹਾ। ਇੱਕ ਸਾਡੇ ਕੋਲ ਸਿੱਖੀ ਦਾ ਮਾਡਲ ਹੈ ਸ਼੍ਰੋਮਣੀ ਕਮੇਟੀ, ਜਿਹੜਾ ਉਹਨਾਂ ਦਾ ਮਾਡਲ ਹੈ। ਇੱਕ ਟਕਸਾਲ ਦੇ ਵੀਰ ਨੇ, ਇੱਕ ਅਖੰਡ ਕਰਤਨੀ ਜਥੇ ਦੇ ਵੀਰ ਨੇ, ਇੱਕ ਇਸੇ ਤਰ੍ਹਾਂ ਨਿਹੰਗ ਸਿੰਘ ਜਥੇਬੰਦੀਆਂ, ਇੱਕ ਮਿਸ਼ਨਰੀ ਨੇ, ਕੋਈ ਇਸ ਤੋਂ ਜਾ ਕੇ ਹੋਰ ਜਾਗਰੂਕ ਧਿਰ ਆ ਜਾਂਦੀ, ਹੋਰ ਇਸ ਤੋਂ ਅੱਗੇ ਜਾ ਕੇ ਵੱਖ-ਵੱਖ ਆ ਜਾਂਦੇ ਨੇ, ਫਿਰ ਬਹੁਤ ਸਾਰੇ ਸਾਧ ਸੰਤ ਨੇ। ਔਰ ਇਹ ਸਾਰੇ ਮਜ਼ਹਬਾਂ ਨਾਲ ਵਾਪਰਿਆ। ਕ੍ਰਿਸਚੈਨਿਟੀ ਦੀਆਂ 550 ਤੋਂ ਵੱਧ ਬ੍ਰਾਂਚਿਸ ਨੇ, ਜਿਹੜੀਆਂ ਜੀਸਸ ਇੱਕ ਹੀ ਸੀ, ਇੰਨੀਆਂ ਬ੍ਰਾਂਚਿਸ ਨੇ। ਇਸੇ ਤਰ੍ਹਾਂ ਮੁਸਲਮਾਨਾਂ ਦੇ ਬਹੁਤ ਸਾਰੇ ਧੜੇ ਨੇ, ਤੇ ਉਹਨਾਂ ਦੇ ਵੀ ਬਹੁਤ, ਇਸ ਤਰ੍ਹਾਂ ਹਿੰਦੂ ਧਰਮ ਦੀਆਂ ਬਹੁਤ ਸਾਰੀਆਂ ਸੰਪਰਦਾਵਾਂ ਨੇ। ਔਰ ਸਾਰੇ ਮਜ਼ਹਬਾਂ ਦੇ ਜਦੋਂ ਸੰਪਰਦਾਵਾਂ ਵੱਖਰੇ ਨੇ, ਉਹਨਾਂ ਦੇ ਮਾਡਲ ਵੱਖਰੇ ਵੱਖਰੇ ਨੇ। ਇਸ ਤਰ੍ਹਾਂ ਕਹਿ ਲਓ ਸਿੱਖੀ ਦੇ ਜਿਹੜੇ ਵੱਖਰੇ ਵੱਖਰੇ ਮਾਡਲ ਨੇ। ਤੇ ਜਿਹੜਾ ਮਾਡਲ ਗੁਰੂ ਸਾਹਿਬ ਜੀ ਦਾ ਹੈ, ਉਹ ਪਿਓਰ ਤੁਹਾਨੂੰ ਮਾਰਕੀਟ ਦੇ ਵਿੱਚ ਲੱਭਦਾ ਹੀ ਨਹੀਂ, ਵੀ ਅਸਲ ਦੇ ਵਿੱਚ ਕਿਹਨੂੰ ਫੋਲੋ ਕਰਾਂਗੇ ਆਪਾਂ। ਤੇ ਉਹ ਆਪਸ ਵਿੱਚ ਸੰਪਰਦਾਵਾਂ ਦੀਆਂ ਲੜਾਈਆਂ ਵੀ ਹੈ ਨੇ, ਇੱਕ ਦੂਜੇ ਦੇ ਪ੍ਰਤੀ ਕਸ਼ਮਕਸ਼ ਵੀ ਹੈ। ਇੱਥੇ ਇਹਦਾ ਕਾਰਨ ਕੀ ਵਾਪਰਿਆ? ਅਸੀਂ ਸਾਧੂ ਦੀ ਓਟ ਗਹਿਣੀ ਸੀ ਅਸਲ ਦੇ ਵਿੱਚ। ਸਾਧੂ ਕੀ ਹੈ? ਗੁਰੂ ਗ੍ਰੰਥ ਸਾਹਿਬ ਜੀ। ਸਾਧੂ ਸਾਨੂੰ ਪਹਿਚਾਣ ਕੇ ਗੁਰੂ ਸਾਹਿਬ ਦੇ ਕੇ ਗਏ ਨੇ, ਕਿਉਂਕਿ ਗੁਰੂ ਸਾਹਿਬ ਜੀ ਨੇ ਜ਼ਿਕਰ ਕੀਤਾ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣਾ। ਆਪਾਂ ਤੇ ਜਾਣ ਨਹੀਂ ਸਕਦੇ। ਜੇ ਅਸੀਂ ਨਿਰਣਾ ਕਰਨਾ ਹੋਵੇ, ਅਸੀਂ ਤੇ ਕਿਸੇ ਨਾ ਕਿਸੇ ਹੋਰ ਨੂੰ ਗੁਰੂ ਬਣਾਵਾਂਗੇ। ਹੋ ਸਕਦਾ ਹਿੰਦੁਸਤਾਨ ਦੀ ਬਾਕੀ ਜਨਤਾ ਦੀ ਤਰ੍ਹਾਂ ਅਸੀਂ ਵੇਖੀ ਜਿਹਦੇ ਡੇਰੇ ਤੇ ਜ਼ਿਆਦਾ ਭੀੜ ਜਾਂਦੀ ਹੈ,
ਆਸਾ ਰਾਮ ਵਰਗਾ ਹੀ ਬਣ ਜੇ ਸਾਡੇ, ਜਾਂ ਹੋਰ ਕੋਈ ਬਣ ਜੇ, ਸੌਦੇ ਸਾਧ ਵਰਗਾ ਵੀ ਭੀੜ ਬੜੀ ਹੈ ਜੀ, ਇਹਦੀ ਸਰਕਾਰ ਨਾਲ ਟਾਈ ਅਪ ਬਹੁਤ ਨੇ। ਅਸੀਂ ਤੇ ਉਹ ਜਿਹੜੀ ਰਿਐਲਿਟੀ ਤੇ ਨਹੀਂ ਵੇਖ ਸਕਦੇ। ਤੇ ਗੁਰੂ ਸਾਹਿਬ ਨੇ ਸਾਡੇ ਤੇ ਮਿਹਰ ਕੀਤੀ, ਸਾਡੇ ਤੇ ਤਰਸ ਕਰਕੇ ਉਹਨਾਂ ਨੇ ਕਿਹਾ ਤੁਹਾਨੂੰ ਸਾਧੂ ਲੱਭਣ ਦੀ ਲੋੜ ਨਹੀਂ, ਮੈਂ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਪੂਰਨ ਗੁਰੂ ਤੁਹਾਨੂੰ ਦੇ ਕੇ ਚੱਲਿਆ। ਤੇ ਪੂਰਨ ਗੁਰੂ ਦੇ ਵਿੱਚ ਜਿੰਨੇ ਭਗਤ ਬੈਠੇ ਹੋਏ ਨੇ ਉਹ ਸਾਰੇ ਸਾਧੂ ਨੇ। ਇਸ ਕਰਕੇ ਇਹਨਾਂ ਦੀ ਆਈਡੀਓਲੋਜੀ ਨੂੰ, ਵਿਚਾਰਧਾਰਾ ਨੂੰ ਆਪਣੇ ਜੀਵਨ ਦੇ ਵਿੱਚ ਮੰਨ ਲਿਆ। ਗੁਰੂ ਸਾਹਿਬ ਜੀ ਅੱਜ ਦੇ ਸ਼ਬਦ ਦੇ ਅੰਦਰ, ਤੇ ਮੰਨਣਾ ਕਿਵੇਂ ਹੈ, ਉਕਤ ਸਿਆਣਪ ਤਿਆਗ। ਤੇ ਜਦੋਂ ਪਤਾ ਕੀ ਗੱਲ ਹੁੰਦੀ, ਇੱਥੇ ਦੋ ਗੱਲਾਂ ਹੋਰ ਸਮਝਣ ਵਾਲੀਆਂ। ਮੈਨੂੰ ਇੱਕ ਵਾਰੀ ਨਾ ਸਵਾਲ ਕੀਤਾ ਸੀ ਕਿਸੇ ਨੇ ਵੀ ਜੇ ਸੰਪਰਦਾਵਾਂ ਦੇ ਵਿੱਚ ਬੰਦਾ ਵੱਖ-ਵੱਖ ਧੜਿਆਂ 'ਚ, ਗਰੁੱਪਾਂ ਦੇ ਵਿੱਚ ਵੰਡਿਆ ਨਾ, ਤੇ ਇਹਦੇ 'ਚ ਕੋਈ ਮਾੜੀ ਗੱਲ ਨਹੀਂ, ਕਿਉਂਕਿ ਸਾਰੇ ਮਜ਼ਹਬ ਵੰਡੇ ਨੇ। ਤੇ ਮੈਂ ਉਹਨਾਂ ਨੂੰ ਦੋ ਜਵਾਬ ਦਿੱਤੇ ਸੀ। ਮੈਂ ਕਿਹਾ ਇੱਕ ਤੇ ਗੱਲ ਇਹ ਵੇ, ਉਹ ਲੋਕ ਮੰਨਦੇ ਨੇ ਵੀ ਸਾਡੇ ਪੈਗੰਬਰ ਜਾ ਚੁੱਕੇ ਨੇ, ਪਰ ਅਸੀਂ ਮੰਨਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਅਲਾਈਵ ਗੁਰੂ ਨੇ, ਸਾਡੇ ਜਿਉਂਦੇ ਗੁਰੂ ਨੇ, ਸਾਡੀ ਅਗਵਾਈ ਕਰ ਰਹੇ ਨੇ। ਜਾਣ ਤੋਂ ਬਾਅਦ ਉਹਨਾਂ ਦੇ ਧੜੇਬਾਜ਼ੀ ਹੋਣੀ ਵੱਖਰੀ ਗੱਲ ਹੈ। ਤੇ ਜਿਹੜੇ ਇਹ ਲੋਕ ਮੰਨਦੇ ਹੁਣ ਵੀ ਸਾਡਾ ਪੈਗੰਬਰ ਸਦਾ ਹਾਜ਼ਰ ਨਾਜ਼ਰ ਹੈ ਔਰ ਸਾਡੇ ਵਿੱਚ ਹੈ, ਉਹਦੇ ਵਿੱਚ ਗਰੁੱਪਿਜ਼ਮ ਨਹੀਂ ਹੋਣਾ ਚਾਹੀਦਾ ਅਸਲ ਦੇ ਵਿੱਚ। ਇਸ ਤੋਂ ਅਗਲੀ ਗੱਲ ਸੀ, ਦਾਸ ਨੇ ਅਰਜ਼ ਕੀਤੀ ਵੀ ਦੂਜੇ, ਜੇ ਕ੍ਰਿਸਚੈਨਿਟੀ ਦੀ ਗਿਣਤੀ ਵੇਖੀਏ 2.5 ਅਰਬ ਨੇ, ਜੇ ਉਹਨਾਂ ਦੀਆਂ ਇੰਨੀਆਂ ਬ੍ਰਾਂਚਾਂ ਬਣ ਵੀ ਜਾਣਗੀਆਂ ਤਾਂ ਵੀ ਉਹਨਾਂ ਦੀ ਕਰੋੜਾਂ ਦੇ ਵਿੱਚ ਇੱਕ ਬ੍ਰਾਂਚ ਨੂੰ ਜਿਹੜੀ ਆਮ ਕਰਕੇ 40-40, 50-50 ਲੱਖ ਬੰਦੇ ਉਹਨਾਂ ਨੂੰ ਮਿਲ ਜਾਣਗੇ। ਇਸੇ ਤਰ੍ਹਾਂ ਮੁਸਲਮਾਨਾਂ ਦੀ ਵੀ ਗਿਣਤੀ ਵੀਰਾਂ ਦੀ ਕਾਫੀ ਹੈ, ਦੂਜਿਆਂ ਦੀ ਵੀ ਹੈ। ਸਾਡੀ ਤੇ ਗਿਣਤੀ ਬੜੀ ਥੋੜ੍ਹੀ ਹੈ, ਜਿਹੜੀ ਸਾਰੇ ਕੁੱਲ ਮਿਲਾ ਕੇ ਜਿਹੜੇ 3 ਕਰੋੜ ਹੁੰਨੇ ਆ, ਤੇ ਜੇ ਉਹਨਾਂ ਦੇ ਵਿੱਚੋਂ ਅੰਮ੍ਰਿਤਧਾਰੀ ਸਿੰਘਾਂ ਦੀ ਗਿਣਤੀ ਕਰਨੀ ਹੋਵੇ 70-80-90 ਲੱਖ ਹੋਣਗੇ। ਤੇ ਉਹਨਾਂ ਦੇ ਵਿੱਚ ਵੀ ਆਪਸੀ ਕਸ਼ਮਕਸ਼ ਹੈ। ਇਹਦਾ ਮਤਲਬ ਜਦੋਂ ਸਾਧੂ ਦੀ ਅਸੀਂ ਚਰਨ ਸ਼ਰਨ ਫੜਨੀ ਨਾ, ਇੱਥੇ ਬੈਠਿਆਂ ਹੋਇਆਂ ਜਦੋਂ ਅਸੀਂ ਸ਼ਬਦ ਸੁਣਨੇ ਆ, ਤੇ ਸਾਡੀ ਇਹ ਮੋਰਲ ਡਿਊਟੀ ਬਣਦੀ ਵੀ ਜਿਸ ਸਿੱਖੀਜ਼ਮ ਨੂੰ ਅਸੀਂ ਜੁਆਇਨ ਕੀਤਾ ਹੋਇਆ, ਗੁਰੂ ਸਾਹਿਬ ਦੇ ਚਰਨ ਦੇ ਵਿੱਚ ਆ ਰਹੇ ਹਾਂ, ਅਸੀਂ ਸਾਰੇ ਕੌਮੀ ਏਕਤਾ ਬਾਰੇ ਵੀ ਸੋਚੀਏ ਵੀ ਸਾਡਾ ਪੂਰੇ ਸਾਡੇ ਡਾਇਲੋਗ ਤੇ ਸਾਡਾ ਵਿਹਾਰ ਇੱਕ ਦੂਜੇ ਦੇ ਪ੍ਰਤੀ ਨਫ਼ਰਤ ਵਾਲਾ ਨਹੀਂ ਹੋਣਾ ਚਾਹੀਦਾ। ਤੇ ਉਹ ਤਾਂ ਸੰਭਵ ਹੋਏਗਾ ਜੇ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵਲਾਏ, ਹਰ ਨਾਮੇ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਤੇ ਇੱਥੇ ਇੱਕ ਹੋਰ ਗੱਲ ਵਾਪਰੇਗੀ ਜੇ ਇਕੱਠੇ ਹੋਣਾ ਹੋਵੇ ਨਾ, ਉਹਦਾ ਕਾਰਨ ਹੈ ਕਿਉਂਕਿ ਵਿਚਾਰ ਇੱਕਦਮ ਚੇਂਜ ਨਹੀਂ ਹੁੰਦੇ। ਜਿਵੇਂ ਗੋਰਿਆਂ ਦੇ ਨਾਲ ਤੁਹਾਡੇ ਬਿਲਕੁਲ ਵੱਖਰੇ ਵੀ ਵਿਚਾਰ ਹੋਣ ਨਾ, ਤੇ ਇਹ ਮੱਥੇ ਤਿਉੜੀ ਨਹੀਂ ਪਾਉਂਦੇ, ਦੂਜੇ ਤੋਂ ਆਪਣੇ ਥਾਟ ਥੋਪਦੇ ਨਹੀਂ। ਜਦੋਂ ਤੁਸੀਂ ਇਹਨਾਂ ਦੇ ਨਾਲ ਕਨਵਰਜੇਸ਼ਨ ਕਰੋ ਤੇ ਇਹ ਤਾਂ ਵੀ ਖਿੜੇ ਮੱਥੇ ਉੱਠ ਕੇ ਕਹਿੰਦੇ ਨੇ ਕੋਈ ਗੱਲ ਨਹੀਂ, ਤੁਹਾਡੇ ਵਿਚਾਰ ਗੁੱਡ ਨੇ ਪਰ ਮੇਰਾ ਵੱਖਰਾ ਓਪੀਨੀਅਨ ਹੈ, ਤੇ ਮਨ ਦੇ ਵਿੱਚ ਕੜਵਾਹਟ ਨਹੀਂ ਆਉਂਦੀ ਇਹਨਾਂ ਦੇ। ਸਾਨੂੰ ਇਸ ਲੈਵਲ ਦੇ ਉੱਤੇ ਆ ਕੇ ਅਸਲ ਦੇ ਵਿੱਚ ਸੋਚਣਾ ਤੇ ਵਿਹਾਰ ਕਰਨਾ ਪਏਗਾ ਜੇ ਅਸੀਂ ਕੌਮੀ ਏਕਤਾ ਦੀ ਗੱਲ ਕਰਨੇ ਆ। ਜੇ ਇਸ ਤਰ੍ਹਾਂ ਵੰਡੇ ਰਹਾਂਗੇ ਫਿਰ ਤੇ ਕੋਈ ਪੋਲੀਟੀਕਲ ਪ੍ਰਾਪਤੀ ਕੋਈ ਬਹੁਤ ਵੱਡੀ ਨਹੀਂ ਹੋਣ ਵਾਲੀ। ਤੇ ਗੁਰੂ ਸਾਹਿਬ ਜੀ ਬਾਣੀ ਦੇ ਅੰਦਰ ਅੱਜ ਜਦੋਂ ਜ਼ਿਕਰ ਕਰ ਰਹੇ ਨੇ ਕਿ ਸਾਧੂ ਕੀ ਮਨ ਓਟ ਗਹੋ, ਇਹ ਜਿਹੜੀਆਂ ਪ੍ਰੋਬਲਮਸ ਆਉਂਦੀਆਂ ਸਾਨੂੰ ਵਿੱਚ, ਇੱਕ ਤੇ ਸਾਨੂੰ ਪਹਿਚਾਨ ਨਹੀਂ ਆਉਂਦੀ, ਪਹਿਚਾਨਣ ਦੀ ਲੋੜ ਨਹੀਂ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਡੀਪਲੀ ਸਟੱਡੀ ਦੀ ਲੋੜ ਹੈ। ਦੂਸਰਾ, ਸਾਡੀ ਜਿਹੜੀ ਪਹਿਲੀ ਵਫਾਦਾਰੀ ਹੈ ਨਾ, ਉਹ ਕਿਸੇ ਇੰਸਟੀਚਿਊਸ਼ਨ ਨਾਲ, ਧੜੇਬਾਜ਼ੀ ਨਾਲ, ਸੰਪਰਦਾ ਨਾਲ ਨਹੀਂ, ਗੁਰੂ ਗ੍ਰੰਥ ਸਾਹਿਬ ਦੀ ਆਈਡੀਓਲੋਜੀ ਨਾਲ ਹੋਣੀ ਚਾਹੀਦੀ ਵੀ ਅਸੀਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹਾਂ। ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਜਦੋਂ ਇਸ ਤਰ੍ਹਾਂ ਹੋ ਗਿਆ, ਉਹ ਸਿਆਣਪ ਇਹ ਨਿਕਲ ਗਈ, ਤੇ ਇਹ ਗੁਰੂ ਸਾਹਿਬ ਜੀ ਦੇ ਚਰਨ ਅਸੀਂ ਫੜਨੇ ਨੇ, ਤੇ ਇਹ ਸਿਆਣਪ ਤਿਆਗ ਦੇਣੀ ਹੈ। ਗੁਰ ਦੇਖਿਆ ਜਿਹ ਮਨ ਬਸੈ, ਨਾਨਕ ਮਸਤਕ ਭਾਗ। ਜਿਨ੍ਹਾਂ ਦੇ ਗੁਰੂ ਦੀ ਸਿੱਖਿਆ ਤੇ ਦੇਖਿਆ, ਗੁਰੂ ਦੀ ਸਿੱਖਿਆ ਨੂੰ ਜਦੋਂ ਆਚਰਣ ਦੇ ਵਿੱਚ ਉਤਾਰਨੇ, ਉਹਨਾਂ ਨੂੰ ਦੇਖਿਆ ਕਿਹਾ ਜਾਂਦਾ ਵੀ ਪ੍ਰੈਕਟੀਕਲ ਇਹਦੇ ਮੁਤਾਬਕ ਚੱਲਣਾ। ਤੇ ਮਨ ਦੇ ਵਿੱਚ ਜਦੋਂ ਇਹ ਵਸ ਜਾਂਦੀ, ਫਿਰ ਗੁਰੂ ਸਾਹਿਬ ਜੀ ਕਹਿੰਦੇ ਨੇ ਮੱਥੇ ਦੇ ਭਾਗ ਜਾਗ ਪੈਂਦੇ ਨੇ। ਇੱਕ ਗੱਲ ਯਾਦ ਰੱਖਣ ਵਾਲੀ, ਕੁਝ ਗੱਲਾਂ ਨਾ ਸਵਾਲ ਪਿੱਛੇ ਜੇ ਆਇਆ ਸੀ ਕਿ ਸਾਡੇ ਮੱਥੇ ਦੇ ਉੱਤੇ ਇਹੋ ਜਿਹੀਆਂ ਲੀਕਾਂ ਜਾਂ ਭਾਗ ਹੁੰਦੇ ਨੇ, ਜਿਵੇਂ ਐਸਟ੍ਰੋਲੋਜੀ ਦੇ ਵਿੱਚ ਤੇ ਮੰਨਿਆ ਹੁੰਦਾ ਪਾਮ ਰੀਡਰ ਜਿਹੜੇ ਨੇ ਵੀ ਬੰਦੇ ਦੀਆਂ ਹੱਥਾਂ ਦੀਆਂ ਲੀਕਾਂ ਵੀ। ਅਸਲ ਦੇ ਵਿੱਚ ਇਹਦੇ ਤੇ ਜਿੰਨੀ ਵੀ ਅੱਜ ਤੱਕ ਰਿਸਰਚ ਹੋਈ ਨਾ, ਵੈਸੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਪੂਰੇ ਸ਼ਬਦ ਨੇ ਐਸਟ੍ਰੋਲੋਜੀ ਨੂੰ ਟੋਟਲੀ ਫੇਕ ਕਹਿੰਦੇ ਨੇ।
ਸਾਇੰਟੀਫਿਕਲੀ ਵੀ ਇਹ ਸੂਡੋ ਸਾਇੰਸ ਹੈ ਵੀ ਲੱਗਦੀ ਜਿਹੜੀ ਕਈ ਵਾਰੀ ਚੰਗੀ ਹੈ, ਔਰ ਅੱਜ ਇਹ ਕਰੋੜਾਂ ਦੀ ਇੰਡਸਟਰੀ ਬਣ ਚੁੱਕੀ ਹੈ। ਹਰ ਦੇਸ਼ ਦੇ ਲੋਕ, ਕਈ ਵਾਰੀ ਬਹੁਤ ਪੜ੍ਹੇ ਲਿਖੇ ਹੋਏ ਲੋਕ ਵੀ ਬੜੇ ਜਿਹੜੇ ਜੋਤਿਸ਼ ਲੋਕਾਂ ਦੇ ਝਾਂਸੇ ਦੇ ਵਿੱਚ ਆ ਰਹੇ ਨੇ। ਮੈਂ ਛੋਟੀ ਜਿਹੀ ਇੱਕ ਐਗਜ਼ਾਮਪਲ ਤੁਹਾਡੇ ਸਾਹਮਣੇ ਰੱਖਣ ਲੱਗਾ, ਮੈਨੂੰ ਕ੍ਰਿਟਿਸਾਈਜ਼ ਨਾ ਲਿਓ, ਇਹਨੂੰ ਪੋਜ਼ਿਟਿਵ ਥੋੜ੍ਹਾ ਜਿਹਾ। ਮਸਕੀਨ ਜੀ ਵੀ ਕਈ ਵਾਰੀ ਕਹਿੰਦੇ ਹੁੰਦੇ ਸਨ ਵੀ ਜੋਤਿਸ਼ ਇੱਕ ਵਿਗਿਆਨ ਹੈ, ਇਹਨੂੰ ਕਹਿੰਦੇ ਹੁੰਦੇ ਸਨ। ਨੋ ਡਾਊਟ ਵੀ ਇੱਕ ਬੰਦਾ ਇੱਕ ਏਰੀਆ ਦੇ ਵਿੱਚ ਉਹਦੇ ਕੋਲ ਬੜੀ ਵਧੀਆ ਨੌਲੇਜ ਹੋ ਸਕਦੀ ਹੈ, ਦੂਸਰੇ ਏਰੀਆ ਦੇ ਵਿੱਚ ਉਹਦੇ ਕੋਲ ਨੌਲੇਜ ਜਿਹੜੀ ਲੈਕ ਆਫ ਨੌਲੇਜ ਹੋਵੇ, ਇਹ ਹੁੰਦਾ। ਤੇ ਅੱਜ ਅਸਲ ਦੇ ਵਿੱਚ ਕਈ ਸਾਲਾਂ ਦੀ ਰਿਸਰਚ ਤੋਂ ਬਾਅਦ ਜਿਹੜਾ ਇਹ ਸਾਬਤ ਹੋ ਚੁੱਕਾ ਵੀ ਇਹਦਾ ਬੰਦੇ ਦੀ ਵਾਸਤਵਿਕ ਜ਼ਿੰਦਗੀ ਦੇ ਨਾਲ ਕੋਈ ਸੰਬੰਧ ਨਹੀਂ। ਪਰ ਜੋਤਿਸ਼ ਲੋਕ ਥੋੜ੍ਹੇ ਜਿਹੇ ਸਾਈਕੋਲੋਜਿਸਟ ਹੁੰਦੇ ਨੇ, ਕਿਉਂਕਿ ਕਾਫੀ ਲੋਕਾਂ ਨਾਲ ਵਾਹ ਪੈਂਦਾ, ਉਹ ਸਾਡੇ ਸਾਹਮਣੇ ਕਾਮਨ ਪਾਸੇ ਸੁੱਟਦੇ ਨੇ। ਉਹ ਜਿਵੇਂ ਕਹਿਣਗੇ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਇੱਕ ਹਾਦਸਾ ਵਾਪਰਿਆ ਤੇ ਤੁਹਾਡੀ ਉਦੋਂ ਜਾਨ ਨਿਕਲ ਜਾਣੀ ਸੀ, ਤੁਸੀਂ ਮਰਦੇ ਮਰਦੇ ਬੜੀ ਮੁਸ਼ਕਲ ਬਚੇ ਹੋ, ਬੜਾ ਵੱਡਾ ਲੋਸ ਹੋਣ ਵਾਲਾ ਸੀ। ਤੇ ਹਰ ਬੰਦਾ ਕਿਧਰੇ ਨਾ ਕਿਧਰੇ ਇਮੋਸ਼ਨਲ ਹੁੰਦਾ, ਉਹਨੂੰ ਲੱਗਦਾ ਵੀ ਬਾਬਾ ਜੀ ਬਿਲਕੁਲ ਠੀਕ ਕਹਿੰਦੇ ਨੇ, ਫਲਾਣੀ ਥਾਂ ਤੇ ਇਹ ਗੱਲ ਵਾਪਰੀ ਸੀ। ਫਿਰ ਉਹ ਕਹਿਣਗੇ ਜੀ ਤੁਹਾਡਾ ਦਿਲ ਬੜਾ ਸਾਫ਼ ਹੈ, ਤੁਸੀਂ ਤੇ ਲੋਕਾਂ ਦਾ ਭਲਾ ਚਾਹੁੰਦੇ ਹੋ, ਪਰ ਲੋਕੀ ਤੁਹਾਡਾ ਫਾਇਦਾ ਚੁੱਕ ਜਾਂਦੇ ਨੇ। ਤੇ ਹਰ ਬੰਦਾ ਸਮਝਦਾ ਵੀ ਮੈਂ ਹੀ ਨੇਕ ਕਲੰਕ ਦਾ ਅਵਤਾਰ ਹਾਂ, ਬਾਕੀ ਤੇ ਦੂਸਰੇ ਮੇਰੇ ਨਾਲ ਜ਼ਿਆਦਤੀ ਕਰਦੇ ਨੇ, ਮੇਰੇ ਨਾਲ ਤਾਂ ਧੋਖਾ ਹੀ ਹੋ ਰਿਹਾ ਜਗਤ ਦੇ ਵਿੱਚ। ਇਸ ਤਰ੍ਹਾਂ ਉਹ ਕਹਿਣਗੇ ਵੀ ਤੁਹਾਡੇ ਕੋਲ ਮਾਇਆ ਆਉਂਦੀ ਤੇ ਬੜੀ ਹੈ ਇੰਡੀਆ ਦੇ ਵਿੱਚ ਇਸ ਤਰ੍ਹਾਂ, ਪਰ ਅਸਲ ਦੇ ਵਿੱਚ ਬਰਕਤ ਨਹੀਂ ਰਹਿੰਦੀ, ਜਾਂਦੀ ਨਹੀਂ ਦਿਸਦੀ। ਤੇ ਬੰਦੇ ਨੂੰ ਲੱਗਦਾ ਵੀ ਗੁਆਂਢੀਆਂ ਦੇ ਟਰੰਕ ਭਰੇ ਪਏ ਨੇ, ਉਹਨਾਂ ਦਾ ਬੜਾ ਬਿਜ਼ਨਸ ਚੱਲਦਾ, ਮੇਰਾ ਗੱਲ ਤੇ ਬਿਲਕੁਲ ਬਾਬਾ ਜੀ ਦੀ ਠੀਕ ਹੈ। ਫਿਰ ਉਹ ਸੈਲਫ ਪਿੱਟੀ ਦੇ ਵਿੱਚ ਬੰਦੇ ਨੂੰ ਲੈ ਕੇ ਜਾਂਦੇ ਨੇ, ਪ੍ਰਾਈਡ ਦਿੰਦੇ ਨੇ ਵੀ ਤੁਹਾਡਾ ਕਈ ਵਾਰੀ ਤੁਸੀਂ ਆਪਣੇ ਮਨ ਦੀਆਂ ਗੱਲਾਂ ਨਾ ਲੋਕਾਂ ਨਾਲ ਖੋਲ੍ਹ ਦਿੰਦੇ ਹੋ ਤੇ ਲੋਕ ਉਹਦਾ ਬੈਨੀਫਿਟ ਚੁੱਕਣਾ ਸ਼ੁਰੂ ਹੋ ਜਾਂਦੇ। ਤੇ ਹਰ ਬੰਦਾ ਇਮੋਸ਼ਨਲ ਹੈ, ਆਪਣੇ ਇੰਡੀਅਨ ਕਮਿਊਨਿਟੀ ਦੇ ਵਿੱਚ ਐਕਸਟਰੋਵਰਟ ਹੈ, ਤੇ ਉਹਨੂੰ ਐਕਸਪਲੋਇਟ ਕਰਨ ਵਾਲੇ ਵੀ ਬਹੁਤ ਮਿਲ ਜਾਂਦੇ ਨੇ। ਤੇ ਉਹਨਾਂ ਨੂੰ ਲੱਗਦਾ ਵੀ ਬਿਲਕੁਲ ਇਹ ਜਿਹੜਾ ਠੀਕ ਜਿਹੜਾ ਚੱਲ ਰਿਹਾ ਹੈ, ਵੀ ਇਹ ਜਿਹੜਾ ਪ੍ਰੈਡਿਕਸ਼ਨ ਹੋ ਰਹੀ ਹੈ ਬਿਲਕੁਲ ਠੀਕ ਹੈ। ਅਸਲ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਪ੍ਰੈਡਿਕਸ਼ਨ, ਮੈਂ ਥੋੜ੍ਹੀ ਜਿਹੀ ਐਗਜ਼ਾਮਪਲ ਤੁਹਾਡੇ ਸਾਹਮਣੇ, ਔਰ ਹੋਰੋਸਕੋਪ ਆ ਖਾਸ ਕਰਕੇ ਵਿਆਹ ਤੋਂ ਪਹਿਲਾਂ ਸਿੱਖਾਂ ਦੇ ਵਿੱਚ ਵੀ ਕਈ ਲੋਕ ਜਿਹੜੇ ਪੱਤਰੀਆਂ ਜਿਹੜੀਆਂ ਵਾਚਨੇ, ਗੁਰੂ ਸਾਹਿਬ ਜੀ ਨੇ ਤਾਂ ਬਾਣੀ ਦੇ ਵਿੱਚ ਜ਼ਿਕਰ ਕੀਤਾ, ਗ੍ਰਹਿ ਨਿਵਾਰੇ ਸਤਿਗੁਰੂ ਦੇਹੁ ਆਪਣਾ ਨਾਮ। ਜੇ ਮੋਟੇ ਤੌਰ ਤੇ ਵੀ ਲੌਜਿਕ ਲਾਈਏ ਨਾ, ਇੱਥੇ ਕੋਈ ਬੰਦਾ ਜਨਵਰੀ ਦਾ ਪੈਦਾ ਹੋਇਆ, ਕੋਈ ਫਰਵਰੀ ਦਾ, ਕੋਈ ਮਾਰਚ ਦਾ, ਕੋਈ ਅਪ੍ਰੈਲ ਦਾ, ਤੇ ਉੱਤੇ ਤੇ ਗ੍ਰਹਿ ਨੇ। ਤੇ ਇੱਕ ਕੈਮਿਸਟਰੀ ਦੇ ਵਿੱਚ ਖਾਸ ਕਰਕੇ ਐਸਟਰੋਨੋਮੀ ਦੇ ਵਿੱਚ ਨੋਬਲ ਪ੍ਰਾਈਜ਼ ਮਿਲਿਆ ਸੀ। ਤੇ ਵਿਗਿਆਨੀ ਕਹਿੰਦਾ ਉਹਨਾਂ ਗ੍ਰਹਿਾਂ ਦੀ ਇਹ ਨਹੀਂ ਵੇਖਦੇ ਰਹਿੰਦੇ ਉਤੋਂ ਵੀ ਤੂੰ ਜਨਵਰੀ 'ਚ ਪੈਦਾ ਹੋਇਆ ਸੀ, ਹੁਣ ਮੈਂ ਤੈਨੂੰ ਬਰਬਾਦ ਕਰਕੇ ਛੱਡਾਂਗਾ, ਤੇ ਉਹ ਨਵੰਬਰ 'ਚ ਪੈਦਾ ਹੋਇਆ ਸੀ, ਉਹਨੂੰ ਮੈਂ ਸਪੈਸ਼ਲ ਫਾਇਦਾ ਦਿਆਂਗਾ ਇਸ ਮਹੀਨੇ ਦੇ ਵਿੱਚ। ਤੇ ਇਸ ਕਰਕੇ ਇਹਦਾ ਗ੍ਰਹਿਾਂ ਨੂੰ, ਚੰਦਰਮਾ ਨੂੰ, ਸੂਰਜ ਨੂੰ ਕੋਈ ਲੈਣਾ ਦੇਣਾ ਨਹੀਂ ਵੀ ਮੇਰੀ ਗ੍ਰੈਵਿਟੀ ਉਹਨਾਂ ਲੋਕਾਂ ਤੇ ਆਓ ਜੋ ਜਿਹੜੇ ਮਾਰਚ 'ਚ ਪੈਦਾ ਹੋਏ ਨੇ, ਉਹਨਾਂ ਨੂੰ ਮੈਂ ਇਸ ਮਹੀਨੇ ਦੇ ਵਿੱਚ ਸਪੈਸ਼ਲ ਬੈਨੀਫਿਟ ਦੇਣਾ, ਤੇ ਜਿਹੜੇ ਜੂਨ ਜੁਲਾਈ 'ਚ ਪੈਦਾ ਹੋਏ ਨੇ ਉਹਨਾਂ ਦਾ ਮੈਂ ਨੁਕਸਾਨ ਕਰਨਾ। ਉਹ ਗ੍ਰਹਿ ਇਸ ਤਰ੍ਹਾਂ ਨਹੀਂ ਕਰਨ ਵਾਸਤੇ ਬੈਠੇ ਅਸਲ ਦੇ ਵਿੱਚ। ਪਰ ਬੰਦਾ ਜਿਹੜਾ ਇਹਦੇ ਵਿੱਚ ਖਿਲਾਫ, ਅਸਲ ਦੇ ਵਿੱਚ ਇਹਦੇ ਅੰਧ ਵਿਸ਼ਵਾਸ 'ਚ ਔਰ ਸਦੀਆਂ ਤੋਂ ਢੁੰਦਾ ਆ ਰਿਹਾ। ਮੈਂ ਇੱਕ ਐਗਜ਼ਾਮਪਲ ਦਿੰਦਾ ਹੁੰਦਾ, ਕਈ ਵਾਰੀ ਰਾਮਚੰਦਰ ਜੀ ਦੀ ਤੁਸੀਂ ਮਿਥੋਲੋਜੀ ਦੇ ਵਿੱਚ ਸੁਣਿਆ ਨਾ, ਉਹਨਾਂ ਨੂੰ ਮਰਿਆਦਾ ਪੁਰਸ਼ੋਤਮ ਕਹਿੰਦੇ ਸਨ। ਮਰਿਆਦਾ ਪੁਰਸ਼ੋਤਮ ਇਸ ਕਰਕੇ ਕਹਿੰਦੇ ਸੀ, ਉਹ ਬ੍ਰਾਹਮਣਾਂ ਦੀ ਨਾ ਕੋਈ ਵੀ ਗੱਲ ਤੋਂ ਇਨਕਾਰ ਨਹੀਂ ਸੀ ਕਰਦੇ, ਜਿਹੜੀ ਮਰਿਆਦਾ ਉਹਨਾਂ ਨੇ ਵੇਦਾਂ ਸ਼ਾਸਤਰਾਂ ਦੀ ਬਣਾਈ ਸੀ ਉਹਨੂੰ ਟੋਟਲੀ ਫੋਲੋ ਕਰਦੇ ਸਨ। ਤੇ ਇਸ ਕਰਕੇ ਜਦੋਂ ਉਹਨਾਂ ਦਾ ਵਿਆਹ ਹੋਇਆ ਤੇ ਕਿੰਨੇ ਟੇਵੇ ਛੇਵੇ ਲਾ ਕੇ ਪੱਤਰੀਆਂ ਕੱਢ ਕੇ ਉਹਨਾਂ ਦਾ ਵਿਆਹ ਕੀਤਾ ਹੋਏਗਾ, ਤੇ ਆਉਣ ਤੋਂ ਬਾਅਦ ਹੀ ਉਹਨਾਂ ਨੂੰ ਵਨਵਾਸ ਮਿਲ ਗਿਆ, ਵਿਆਹ ਤੋਂ ਬਾਅਦ ਹੀ ਜ਼ਿੰਦਗੀ ਦੀ ਦੁਸ਼ਵਾਰੀ ਹੋਈ, ਫਿਰ ਘਰ ਆਏ, ਫਿਰ ਜੰਗਲ ਦੇ ਵਿੱਚ ਸੀਤਾ ਜੀ ਨੂੰ, ਮਾਤਾ ਜੀ ਨੂੰ ਜਾਣਾ ਪਿਆ। ਤੇ ਅਸਲ ਦੇ ਵਿੱਚ ਕਹਿਣ ਦਾ ਮਤਲਬ ਦੁੱਖ ਸਾਰਿਆਂ ਦੀ ਜ਼ਿੰਦਗੀ 'ਚ ਦੁੱਖ ਸੁੱਖ ਹੁੰਦੇ ਨੇ। ਤੇ ਇਹ ਜਿਹੜੀ ਐਸਟ੍ਰੋਲੋਜੀ ਇਹ ਟੋਟਲੀ ਫੇਕ ਹੈ। ਤੇ ਇਸ ਕਰਕੇ ਨਾ ਤੇ ਕੋਈ ਹੱਥਾਂ ਤੇ ਲੀਕਾਂ ਹੁੰਦੀਆਂ, ਤੇ ਇਹ ਮੈਟਾਫੋਰਿਕ ਲੈਂਗੁਏਜ ਹੈ ਜਿਹੜੀ ਗੁਰੂ ਸਾਹਿਬ ਯੂਜ਼ ਕਰ ਰਹੇ, ਨਾ ਬੰਦੇ ਦੀਆਂ ਮੱਥੇ ਤੇ ਹੁੰਦੀਆਂ। ਹਾਂ, ਜਿਹੜਾ ਬੰਦਾ ਗੁਰੂ ਦੇ ਰਾਹ ਦੇ ਉੱਤੇ ਤੁਰਦਾ ਹੈ ਉਹਦੀ ਸੋਚ ਵਧੀਆ ਹੋ ਜਾਂਦੀ ਹੈ। ਸੋਚ ਵਧੀਆ ਹੁੰਦਿਆਂ ਉਹਨੇ ਹਰ ਤਰ੍ਹਾਂ ਦੇ ਦੁੱਖਾਂ 'ਚੋਂ ਵੀ ਨਿਕਲਣਾ ਹੁੰਦਾ। ਤੁਸੀਂ ਵੇਖੋ ਸਾਡੀ ਜ਼ਿੰਦਗੀ 'ਚ ਜਿਹੜੇ ਦੁੱਖ ਆਉਂਦੇ ਨੇ ਨਾ, ਸਾਡੇ ਦੁੱਖ ਤੇ ਨੇ ਵੀ ਸਾਡਾ ਬਿਜ਼ਨਸ ਨਹੀਂ ਚੱਲਦਾ, ਧਨ ਦੌਲਤ ਦਾ ਦੁੱਖ ਹੈ, ਜਾਂ ਰਿਲੇਸ਼ਨਸ਼ਿਪ ਹੈ ਉਹ ਵੀ ਆਪਣਾ ਬੰਦੇ ਦਾ ਬਿਹੇਵ ਠੀਕ ਨਹੀਂ, ਤੇ ਮਾਂ ਪਿਓ ਨਾਲ ਜਾਂ ਭੈਣ ਭਰਾ ਨਾਲ, ਲਾਈਫ ਪਾਰਟਨਰ ਨਾਲ ਨਹੀਂ ਬਣਦੀ,
ਜਾਂ ਇਸ ਤਰ੍ਹਾਂ ਦਾ ਸਟਰਗਲ ਹੈ। ਗੁਰੂ ਸਾਹਿਬ ਜੀ ਦੀ ਜ਼ਿੰਦਗੀ ਦੇ ਵਿੱਚ ਆਪਣਾ ਕੋਈ ਦੁੱਖ ਨਹੀਂ ਸੀ, ਨਾ ਪੈਸੇ ਦਾ ਦੁੱਖ ਸੀ, ਨਾ ਅਸਲ ਦੇ ਵਿੱਚ ਉਹਨਾਂ ਦੇ ਰਿਲੇਸ਼ਨਸ਼ਿਪ ਦਾ ਕੋਈ ਦੁੱਖ ਸੀ। ਉਹਨਾਂ ਨੇ ਤੇ ਮਨੁੱਖਤਾ ਲਈ ਵਰਕ ਕੀਤਾ। ਸਾਰੇ ਮਹਾਂਪੁਰਸ਼ਾਂ ਨੇ ਜਿਨ੍ਹਾਂ ਦੀ ਬਾਣੀ ਪੜ੍ਹਨੇ, ਉਹਨਾਂ ਨੇ ਤੇ ਸਾਡੇ ਦੁੱਖ ਦੂਰ ਕਰਨ ਦੇ ਲਈ ਕੰਮ ਕੀਤਾ, ਤੇ ਪਹਾੜਾਂ ਵਰਗੇ ਦੁੱਖ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਵੀ ਆਏ ਨੇ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਨਾਨਕ ਬੋਲਣ ਝਖਣਾ, ਉਹ ਬੋਲਣਾ ਝੱਖ ਮਾਰਨਾ ਹੈ। ਜਦੋਂ ਦੁੱਖ ਛੱਡ ਮੰਗੀਆ ਸੁੱਖ, ਜਦੋਂ ਕਿਸੇ ਵੀ ਐਸਟ੍ਰੋਲੋਜਰ ਕੋਲ ਅਸੀਂ ਜਾ ਕੇ ਬਹਿ ਜਾਂਦੇ ਹਾਂ, ਜੋਤਸ਼ੀ ਕੋਲ, ਵੀ ਹੁਣ ਸਾਡੀ ਜ਼ਿੰਦਗੀ ਦੇ ਵਿੱਚ, ਤੇ ਉਹ ਇੱਥੇ ਏਜੰਟ ਬਣੇ ਨੇ। ਜੇ ਉਹਨਾਂ ਦੇ ਪੱਲੇ ਕੁਝ ਹੁੰਦਾ ਤੇ ਉਹ ਦੇਸ਼ਾਂ ਦੇ ਪ੍ਰਧਾਨ ਮੰਤਰੀ ਹੁੰਦੇ, ਪ੍ਰੈਜ਼ੀਡੈਂਟ ਹੁੰਦੇ, ਸਟਾਕ ਮਾਰਕੀਟ 'ਚ ਨੰਬਰ ਲਾ ਕੇ ਸਭ ਤੋਂ ਜ਼ਿਆਦਾ ਉਹੀ ਅਰਨ ਕਰਦੇ। ਪਰ ਉਹ ਲੋਕਾਂ ਨੂੰ ਝਾਂਸਾ ਦੇ ਕੇ ਬੁੱਧੂ ਬਣਾ ਕੇ ਸਦੀਆਂ ਤੋਂ ਲੁੱਟਿਆ ਜਾ ਰਿਹਾ, ਔਰ ਹਰ ਦੇਸ਼ ਦੇ ਵਿੱਚ ਲੁੱਟਿਆ ਜਾ ਰਿਹਾ। ਤੇ ਗੁਰੂ ਸਾਹਿਬ ਜੀ ਨੇ ਜਿਹੜਾ ਇਹਨੂੰ ਟੋਟਲੀ ਬਾਣੀ ਦੇ ਅੰਦਰ ਰਿਜੈਕਟ ਕੀਤਾ, ਇੱਕੋ ਲਾਈਨ ਦੇ ਵਿੱਚ ਵੀ, ਗ੍ਰਹਿ ਨਿਵਾਰੇ ਸਤਿਗੁਰੂ ਦੇਹੁ ਆਪਣਾ ਨਾਮ, ਦੇ ਆਪਣਾ ਨਾਮ ਦੀ ਦਾਤ ਦੇ ਕੇ ਸਾਨੂੰ ਇਸ ਝਾਂਸੇ ਦੇ ਵਿੱਚੋਂ, ਅੰਧ ਵਿਸ਼ਵਾਸ ਦੇ ਵਿੱਚੋਂ ਹਜ਼ੂਰ ਨੇ ਬਾਹਰ ਕੱਢ ਲਿਆ ਹੈ। ਇੱਥੇ ਹਜ਼ੂਰ ਕਹਿ ਰਹੇ ਨੇ ਮੱਥੇ ਦੇ ਭਾਗ ਉਹਨਾਂ ਦੇ ਚੰਗੇ ਨੇ ਜਿਨ੍ਹਾਂ ਨੇ ਗੁਰੂ ਦੇ ਨਾਲ ਆਪਣੇ ਆਪ ਨੂੰ ਜੋੜ ਲਿਆ, ਤੇ ਜਿਨ੍ਹਾਂ ਦੀ ਸੋਚ ਗੁਰੂ ਵਰਗੀ ਬਣ ਗਈ ਹੈ। ਤੇ ਅੱਜ ਦੇ ਸ਼ਬਦ ਦੇ ਅੰਦਰ ਹਜ਼ੂਰ ਜ਼ਿਕਰ ਕਰ ਰਹੇ ਨੇ ਪੌੜੀ ਦੇ ਵਿੱਚ, ਸੱਸਾ ਸ਼ਰਨ ਪਰੇ ਅਬਹਾਰੇ। ਜਦੋਂ ਬੰਦਾ ਪੂਰਾ ਗੁਰੂ ਦੀ ਸ਼ਰਨ ਦੇ ਵਿੱਚ ਆ ਜਾਏ ਤੇ ਆਪਣਾ ਬਲ ਹਾਰ ਜਾਏ, ਕਾਮ ਕ੍ਰੋਧ ਲੋਭ ਮੋਹ ਹੰਕਾਰ ਅੰਦਰੋਂ ਤਿਆਗ ਦੇ, ਬਾਇਸਨੈਸ ਛੱਡ ਦੇ ਆਪਣੇ ਜੀਵਨ ਦੇ ਵਿੱਚੋਂ। ਤੇ ਹਜ਼ੂਰ ਕਹਿੰਦੇ ਨੇ ਜਦੋਂ ਇਹ ਛੱਡ ਦਿੰਦਾ ਹੈ, ਕੀ ਛੱਡਣਾ ਹੈ? ਇਹ ਫਿਰ ਰੈਵੋਲੂਸ਼ਨਰੀ ਪੰਕਤੀ ਅੱਗੇ ਆਈ। ਹਜ਼ੂਰ ਕਹਿੰਦੇ ਨੇ ਸ਼ਾਸਤਰ ਸਿਮਰਤ ਵੇਦ ਪੁਕਾਰੇ, ਵੀ ਜੋ ਸ਼ਾਸਤਰਾਂ ਦੇ ਵਿੱਚ ਲਿਖਿਆ, ਸਿਮਰਤੀਆਂ ਦੇ ਵਿੱਚ ਲਿਖਿਆ, ਉਹ ਪੁਕਾਰ ਕੇ ਕਹਿੰਦੇ ਨੇ ਵੇਦਾਂ ਦੇ ਵਿੱਚ ਉਹ ਆਈਡੀਓਲੋਜੀ ਬੰਦੇ ਨੇ ਕੈਰੀ ਕਰ ਲਈ। ਔਰ ਮੈਨੂੰ ਮਾਫ ਕਰਨਾ, ਅਸੀਂ ਕਹਿੰਦੇ ਜ਼ਰੂਰ ਹਾਂ ਅਸੀਂ ਸਿੱਖ ਹਾਂ, ਪਰ ਅਸੀਂ ਵੀ ਬਹੁਤ ਸਾਰੀ ਵਿਚਾਰਧਾਰਾ ਦੂਸਰਿਆਂ ਦੀ ਅਨਮਤਾਂ ਦੀ ਅਪਣਾਈ ਹੋਈ ਹੈ। ਆ ਪਿੱਛੇ ਜੇ ਜਿਹੜਾ ਦਾਸ ਨੇ ਇੱਥੇ ਵੀ ਜ਼ਿਕਰ ਕੀਤਾ ਸੀ ਵੀ ਸਾਡੇ ਸਿੱਖ ਨਾ ਬਹੁਤ ਇੱਕ ਪ੍ਰੇਮਾਨੰਦ ਸਾਧ ਕੋਲ ਜਾ ਰਹੇ ਨੇ, ਰਾਗੀ ਵੀ ਜਾ ਰਹੇ ਨੇ, ਉਹ ਕਹਿ ਰਹੇ ਨੇ ਨਾਮ ਦੀ ਦਾਤ ਦਿਓ ਜੀ, ਪ੍ਰੇਮ ਦੀ ਕਣੀ ਬਖਸ਼ਿਸ਼ ਕਰੋ। ਤੇ ਕਈ ਵਾਰੀ ਉੱਥੇ ਕਿਉਂਕਿ ਗੁਰਬਾਣੀ ਲਾਈਫ ਲੈਸਨਸ ਦੇ ਵਿੱਚ ਦਾਸ ਨੇ YouTube ਤੇ ਪਾਈ, ਤੇ ਬਹੁਤ ਲੋਕਾਂ ਨੇ ਕਿਹਾ ਵੀ ਤੁਸੀਂ ਧਰਮ ਦੇ ਨਾਂ 'ਤੇ ਨਾ ਨਫ਼ਰਤ ਕਰ ਰਹੇ ਹੋ ਲੋਕਾਂ ਨਾਲ। ਜੇ ਇੱਕ ਸਾਧੂ ਦੂਜੇ ਨੂੰ ਮਿਲਣ ਵਾਸਤੇ ਜਾਂਦਾ ਹੈ ਤੇ ਕੀ ਇਤਰਾਜ਼ ਹੋ ਸਕਦਾ ਵੀ ਰੱਬ ਦੀ ਭਗਤੀ ਕਰਨ ਵਾਸਤੇ ਉਹ ਪੁੱਛਣ ਜਾ ਰਿਹਾ। ਅਸਲ ਦੇ ਵਿੱਚ ਨਾ ਆਈਡੀਓਲੋਜੀ ਦੀ ਪ੍ਰੋਬਲਮ ਹੈ। ਜਦੋਂ ਅਸੀਂ ਗੁਰੂ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ ਨਾ, ਜਾਂ ਕਾ ਠਾਕੁਰ ਉੱਚਾ ਹੋਈ ਸੋ ਜਨ ਪਰ ਕਰ ਜਾਤ ਨਾ ਸੋਈ, ਤੇ ਜਦੋਂ ਸਭ ਤੋਂ ਵੱਡਾ ਸਤਿਗੁਰੂ ਨਾਨਕ ਕਹਿੰਦੇ ਆ, ਦੋ ਤਿੰਨ ਐਗਜ਼ਾਮਪਲ ਦੇਣੀਆਂ ਫਿਰ ਤੁਹਾਨੂੰ ਇਹਦੀ ਐਕਸਪਲੇਨੇਸ਼ਨ। ਭਾਈ ਤਿਲਕਾ ਜੀ ਦੀ ਹਿਸਟਰੀ ਤੁਹਾਨੂੰ ਪਤਾ ਹੋਏਗੀ, ਧੰਨ ਗੁਰੂ ਹਰਗੋਬਿੰਦ ਸਾਹਿਬ ਦਾ ਸਿੱਖ ਹੈ। ਗੜ੍ਹ ਸ਼ੰਕਰ ਦੇ ਵਿੱਚ ਇੱਕ ਤਪਾ ਕਹਿੰਦਾ ਵੀ ਮੈਨੂੰ ਰਾਤ ਨੂੰ ਸ਼ਿਵਜੀ ਜੀ ਨੇ ਦਰਸ਼ਨ ਦਿੱਤੇ ਨੇ, ਜਿਹੜਾ ਮੇਰਾ ਦਰਸ਼ਨ ਕਰੇਗਾ ਨਾ ਉਹਦੇ ਨਾਲ ਅਸਲ ਦੇ ਵਿੱਚ ਉਹ ਬੰਦਾ 2 ਸਾਲ ਵਾਸਤੇ ਸਵਰਗ ਚਲਾ ਜਾਏਗਾ। ਸਾਰੇ ਚਲੇ ਗਏ, ਭਾਈ ਤਿਲਕਾ ਜੀ ਨਹੀਂ ਗਏ। ਫਿਰ ਉਹਨੇ ਕਿਹਾ 2 ਸਾਲ ਦੇ ਵਿੱਚ, ਉਹਨੂੰ ਪਤਾ ਲੱਗਾ, ਬਾਕੀ ਉਹਦੇ ਚੇਲਿਆਂ ਨੇ ਕਿਹਾ ਬਾਕੀ ਤੇ ਸਾਰੇ ਆ ਗਏ ਨੇ, ਪਰ ਭਾਈ ਜਿਹੜੇ ਤਿਲਕਾ ਜੀ ਨਹੀਂ ਆ ਰਹੇ, ਤੇ ਉਹ ਆਪ ਚਲੇ ਗਏ। ਉਹਨਾਂ ਨੇ ਅੱਗੋਂ ਦਰਵਾਜ਼ਾ ਬੰਦ ਕਰ ਲਿਆ। ਭਾਈ ਤਿਲਕਾ ਜੀ ਨੂੰ ਪਤਾ ਸੀ, ਉਹ ਕਹਿਣ ਲੱਗੇ ਤੁਹਾਨੂੰ ਪਤਾ ਵੀ ਤੁਸੀਂ ਬਿਜ਼ੀ ਰਹਿੰਦੇ ਹੋ, ਪਰ ਤੁਸੀਂ ਬੜੇ ਚੰਗੇ ਜੀਵਨ ਵਾਲੇ ਹੋ, ਮੈਂ ਤੁਹਾਨੂੰ ਆਪ ਦਰਸ਼ਨ ਦੇਣ ਆਇਆ ਵੀ ਤੁਸੀਂ ਨਰਕਾਂ 'ਚ ਨਾ ਜਾਓ। ਸ਼ਿਵਜੀ ਦੇ ਮੈਨੂੰ ਦਰਸ਼ਨ ਹੋਏ ਨੇ, ਮੇਰੇ ਦਰਸ਼ਨ ਕਰਕੇ 2 ਸਾਲ ਲਈ ਤੁਹਾਨੂੰ ਐਵੇਂ ਸਵਰਗ ਮਿਲ ਜਾਣਾ, ਤੇ ਇਸ ਕਰਕੇ ਮੈਂ ਦਰਸ਼ਨ ਦੇਣ ਵਾਸਤੇ ਆਇਆ। ਭਾਈ ਸਾਹਿਬ ਜੀ ਕਹਿਣ ਲੱਗੇ ਤੂੰ ਪਖੰਡੀ ਹੈ, ਲੋਕਾਂ ਨੇ ਬਾਣੀ ਨਹੀਂ ਪੜ੍ਹੀ, ਲੋਕਾਂ ਨੇ ਸੱਚਾ ਗੁਰੂ ਨਹੀਂ ਮਿਲਿਆ, ਇਸ ਕਰਕੇ ਤੇਰੇ ਝਾਂਸੇ 'ਚ ਆ ਸਕਦੇ ਨੇ। ਤੇ ਮੈਨੂੰ ਗੁਰੂ ਸਾਹਿਬ ਨੇ ਸਵਰਗ ਨਰਕ ਤੋਂ ਕੱਢ ਦਿੱਤਾ ਹੈ, ਤੇ ਉਸ ਸਵਰਗ ਨਰਕ ਤੇ ਮੈਂ ਰਹਿਓ ਸਤਿਗੁਰ ਕੈ ਪ੍ਰਸਾਦ। ਤੇਰੇ ਵਰਗੇ ਪਖੰਡੀ ਦੇ ਤੇ ਮੈਂ ਦਰਸ਼ਨ ਨਹੀਂ ਕਰਨੇ, ਚਲਾ ਜਾ ਇੱਥੋਂ। 1-2 ਸਾਖੀ ਨਹੀਂ, ਇੱਕ ਕਾਹੀ ਵੀ ਜਹਾਂਗੀਰ ਜਿਹੜਾ ਬਾਦਸ਼ਾਹ ਆਪਣੀ ਦੌਲਤ ਰੱਖ ਕੇ ਵੀ ਕਾਹੀ ਨੂੰ ਖਰੀਦ ਨਹੀਂ ਸਕਿਆ। ਉਹ ਐਵੇਂ ਨਹੀਂ ਸੀ ਵਾਪਰਿਆ। ਗੁਰੂ ਸਾਹਿਬ ਵੇਖੋ, ਜਿੱਥੇ ਚੰਗੇ ਇਨਸਾਨ ਸਨ ਨਾ, ਭਾਵੇਂ ਕਿਸੇ ਵੀ ਮਜ਼ਹਬ ਦੇ ਸਨ, ਭਾਵੇਂ ਉਹ ਪ੍ਰੈਕਟਿਸ ਜਿਹੜੀ ਮਰਜ਼ੀ ਕਰਦੇ ਸਨ, ਗੁਰੂ ਸਾਹਿਬ ਨੇ ਤੇ ਸਾਧੂਆਂ ਨੂੰ ਲੱਭ ਕੇ ਸਾਡੇ ਸਾਹਮਣੇ ਜਿਹੜਾ ਪੇਸ਼ ਕੀਤਾ। ਹੁਣ ਬਾਬਾ ਫਰੀਦ ਜੀ ਨੇ, ਹੁਣ ਉਹ ਪੂਰਨ ਸਾਧੂ ਨੇ, ਉਹਨਾਂ ਦੇ ਜੀਵਨ 'ਚ ਕਮੀ ਨਹੀਂ। ਤੇ ਉਹ ਕਹਿੰਦੇ ਨੇ ਫਰੀਦਾ ਬੇਨਿਵਾਜਾ ਕੁੱਤਿਆ ਇਹ ਨਾ ਭਲੀ ਰੀਤ ਕਬਹੂ ਚੱਲ ਨਾ ਆਇਓ 5 ਵਕਤ ਮਸੀਤ, ਪਰ ਉਹਨਾਂ ਦੀ ਬਾਣੀ ਦਰਜ ਕੀਤੀ ਗੁਰੂ ਸਾਹਿਬ ਨੇ।
ਬਾਬਾ ਕਬੀਰ ਜੀ ਦੀ ਦਰਜ ਕੀਤੀ ਹੈ। ਸਾਈਂ ਮੀਆਂ ਮੀਰ ਸੈਕੂਲਰ ਤੇ ਉਹਦੀ ਸੋਚ ਆਈਡੀਓਲੋਜੀ ਠੀਕ ਸੀ, ਗੁਰੂ ਸਾਹਿਬ ਨੇ ਸਮਰਥਨ ਕੀਤਾ। ਪੀਰ ਬੁੱਧੂ ਸ਼ਾਹ ਸੀ, ਉਹਦੇ ਜਿਹੜਾ ਬਿਲਕੁਲ ਸੇਮ ਆਈਡੀਓਲੋਜੀ ਲਈ ਉਹਨੇ ਆਪਣੇ ਪੁੱਤਰ ਵੀ ਸ਼ਹੀਦ ਕਰਾਏ ਨੇ, ਜਿਵੇਂ ਗੁਰੂ ਸਾਹਿਬ ਨੇ ਆਪਣੇ ਸਾਹਿਬਜ਼ਾਦੇ ਸ਼ਹੀਦ ਕਰਾਏ ਨੇ। ਕਹਿਣ ਦਾ ਮਤਲਬ ਜਿਹੜੇ ਲੋਕਾਂ ਦੀ ਆਈਡੀਓਲੋਜੀ ਠੀਕ ਹੈ ਨਾ, ਉੱਥੇ ਜਾਣ ਦੇ ਵਿੱਚ ਤੇ ਡਿਬੇਟ ਕਰਨ ਦੇ ਵਿੱਚ, ਗੱਲਬਾਤ ਕਰਨ ਦੇ ਵਿੱਚ ਕੋਈ ਹਰਜ ਨਹੀਂ ਹੈ। ਪਰ ਜਦੋਂ ਬੰਦਾ ਅਸਲ ਦੇ ਵਿੱਚ ਗਲਤ ਆਈਡੀਓਲੋਜੀ ਨੂੰ ਫੋਲੋ ਕਰਨ ਲੱਗ ਪਏ ਨਾ, ਉਹ ਪ੍ਰੋਬਲਮ ਹੈ ਵੀ ਉਹ ਟੋਟਲੀ ਗੁਰਮਤ ਦੇ ਰੋਂਗ ਹੋਵੇ ਜਦੋਂ, ਤੇ ਉਹ ਵਾਕਈ ਉੱਥੇ ਬੁੱਤ ਪ੍ਰਸਤੀ ਹੈ, ਕਿਧਰੇ ਕ੍ਰਿਸ਼ਨ ਦੀ ਭਗਤੀ ਹੈ, ਜਿਹਨੂੰ ਗੁਰੂ ਸਾਹਿਬ ਜੀ ਤੇ ਨਹੀਂ ਮੰਨਦੇ। ਗੁਰੂ ਸਾਹਿਬ ਜੀ ਦੀ ਬਾਣੀ ਤੇ ਇੱਕ ਅਕਾਲ ਪੁਰਖ ਦੀ ਭਗਤੀ ਕਰਦੀ ਹੈ। ਇਸ ਕਰਕੇ ਗੁਰੂ ਸਾਹਿਬ ਜੀ ਅੱਜ ਦੇ ਸ਼ਬਦ ਦੇ ਅੰਦਰ ਜ਼ਿਕਰ ਕਰ ਰਹੇ ਨੇ ਸਿਮਰਤੀਆਂ ਦੀ ਵਿਚਾਰਧਾਰਾ, ਵੇਦਾਂ ਦੀ ਵਿਚਾਰਧਾਰਾ, ਸ਼ਾਸਤਰਾਂ ਦੀ ਵਿਚਾਰਧਾਰਾ, ਇਹ ਸਾਰੀ ਤਿਆਗ ਕੇ ਪੰਡਤ ਮੁੱਲਾ ਜੋ ਲਿਖ ਦਿਆ ਛਾੜ ਚਲੇ ਅਹਮ ਕਛੂ ਨਾ ਲਿਆ। ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਮੈਂ ਸੱਚੇ ਗੁਰੂ ਦੀ ਸ਼ਰਨ ਦੇ ਵਿੱਚ ਪਿਆ ਰੱਬ ਦੀ, ਤੇ ਸੋਧਤ ਸੋਧਤ ਸੋਧ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਰੱਬ ਦੀ ਇਬਾਦਤ ਦਾ ਜਿਹੜਾ ਢੰਗ ਗੁਰੂ ਸਾਹਿਬ ਨੇ ਦਿੱਤਾ ਹੈ, ਉਸ ਤੋਂ ਬਿਨਾਂ ਛੁਟਕਾਰਾ ਨਹੀਂ ਹੈ। ਹਜ਼ੂਰ ਕਹਿੰਦੇ ਨੇ ਸਾਸ ਸਾਸ ਹਮ ਭੂਲਨ ਹਾਰੇ। ਇੱਥੇ ਭਗਤੀ ਕਰਦਿਆਂ ਕੋਈ ਦਾਵਾ ਨਹੀਂ। ਜਿਵੇਂ ਦੋਵਾਂ ਭਰਾਵਾਂ ਦੀ ਵੰਡ ਹੁੰਦੀ ਹੋਵੇ ਨਾ ਘਰ ਦੀ, ਤੇ ਕਈ ਵਾਰੀ ਇੱਕ ਭਰਾ ਨੇ ਤੇ ਬੜਾ ਕੰਮ ਕੀਤਾ ਹੁੰਦਾ ਸਾਡੀ ਸੁਸਾਇਟੀ 'ਚ, ਤੇ ਦੂਜੇ ਨੇ ਘੱਟ ਕੀਤਾ ਹੋਵੇ, ਤੇ ਕਈ ਵਾਰੀ ਵੱਡੇ ਭਰਾ ਦੇ ਨਾਲ ਧੱਕਾ ਹੋ ਰਿਹਾ ਹੁੰਦਾ। ਉਹ ਕਹਿੰਦਾ ਜ਼ਮੀਨ ਮੈਂ ਬਣਾਈ, ਘਰ ਮੈਂ ਬਣਾਇਆ, ਸਾਰਾ ਕੁਝ, ਤੇ ਅੱਜ ਮੈਂ ਅੱਧੋ ਅੱਧ ਨਹੀਂ ਵੰਡ ਸਕਦਾ। ਤੇ ਜਿਹੜਾ ਜਿਹਨੇ ਨਹੀਂ ਘੱਟ ਕੰਮ ਕੀਤਾ ਹੁੰਦਾ ਨਾ, ਤੇ ਉਹਨੂੰ ਜੇ ਬੰਦੇ ਕਹਿਣ ਵੀ ਚਲੋ ਹੈ ਤੇ ਉਹ ਵੀ ਤੇਰਾ ਭਰਾ ਹੀ ਏ, ਤੁਸੀਂ ਕਿਹੜਾ ਸਦਾ ਬਾਸ 'ਚ ਵਿਚਰਨਾ, ਥੋੜੇ ਬਹੁਤੇ ਇੱਧਰ ਉੱਧਰ ਮਾਇਆ ਨਾਲ ਕੁਝ ਨਹੀਂ ਹੁੰਦਾ। ਤੇ ਜਿਹਨੇ ਕੰਮ ਨਾ ਕੀਤਾ ਹੋਵੇ, ਉਹ ਕਹਿੰਦਾ ਜੋ ਤੁਸੀਂ ਗੱਲ ਕਹਿ ਰਹੇ ਹੋ ਨਾ ਠੀਕ ਕਹਿ ਰਹੇ ਹੋ, ਵੀ ਇਸੇ ਤਰ੍ਹਾਂ ਹੀ ਵੰਡ ਦਿਓ, ਕਿਉਂਕਿ ਉਹਨੂੰ ਪਤਾ ਜੇ ਹਿਸਾਬ ਕਿਤਾਬ ਹੋਣ ਲੱਗ ਗਿਆ ਤੇ ਮੇਰੇ ਨਾਲ ਧੱਕਾ ਹੋਣਾ। ਸੇਮ ਗੁਰੂ ਸਾਹਿਬ ਜੀ ਕਹਿੰਦੇ ਨੇ ਅਸੀਂ ਜਿਹੜੇ ਧਰਤੀ ਤੇ ਵਿਚਰਨੇ ਆ ਨਾ, ਅਸਲ ਦੇ ਵਿੱਚ ਲੇਖਾ ਕਤੈ ਨਾ ਛੂਟੀਆ, ਖਿਨ ਖਿਨ ਭੂਲਣ ਹਾਰ। ਜੇ ਰੱਬ ਸਾਡਾ ਲੇਖਾ ਕਰਨ ਲੱਗ ਪਿਆ ਨਾ, ਫਿਰ ਸਾਡਾ ਛੁਟਕਾਰਾ ਨਹੀਂ ਹੋਣਾ। ਇਸ ਕਰਕੇ ਗੁਰੂ ਸਾਹਿਬ ਜੀ ਆਪ ਹੀ ਮੰਨ ਲੈਂਦੇ ਨੇ, ਹੇ ਅਕਾਲ ਪੁਰਖ ਵਾਹਿਗੁਰੂ, ਮੈਂ ਤੇਰੀਆਂ ਨਜ਼ਰਾਂ ਦੇ ਵਿੱਚ ਭੁੱਲਣ ਵਾਲਾ ਵਾਂ। ਤੁਮ ਸਮਰੱਥ ਅਗਣਤ ਅਪਾਰੇ। ਤੂੰ ਸਮਰੱਥ ਹੈ, ਅਗਣਤ ਹੈ, ਅਪਾਰ ਹੈ। ਸ਼ਰਨ ਪਰੇ ਕੀ ਰਾਖ ਦਿਆਲਾ। ਮੇਰੀ ਸ਼ਰਨ ਪਰੇ ਦੀ ਇੱਜ਼ਤ ਰੱਖ ਲੈ, ਤੂੰ ਦਇਆ ਦਾ ਘਰ ਹੈ। ਨਾਨਕ ਤੁਮਰੇ ਬਾਲ ਗੋਪਾਲਾ। ਹੇ ਧਰਤੀ ਨੂੰ ਪਾਲਣ ਵਾਲੇ ਵਾਹਿਗੁਰੂ, ਮੈਂ ਤੇਰਾ ਬੱਚਾ ਹਾਂ। ਇਹ ਗੁਰੂ ਸਾਹਿਬ ਜੀ ਨੇ ਅੱਜ ਦੇ ਸ਼ਬਦ ਦੇ ਅੰਦਰ ਇਹ ਪ੍ਰੇਰਨਾ ਕੀਤੀ ਹੈ ਸੱਚੇ ਗੁਰੂ ਦੀ ਸ਼ਰਨ ਦੇ ਵਿੱਚ ਆਉਣ ਦੀ, ਤੇ ਸੱਚੇ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਹੀ ਬੰਦੇ ਦੇ ਮੱਥੇ ਦੇ ਭਾਗ। ਕਹਿਣ ਦਾ ਮਤਲਬ ਬੰਦਾ ਲੱਕੀ ਬਣਦਾ ਹੈ। ਗੁਰ ਕਾ ਸਿੱਖ ਵਡਭਾਗੀ ਹੈ, ਸਤਿਗੁਰ ਸਿੱਖੋ ਨਾਮ ਧਨ ਦੇ। ਗੁਰੂ ਸਾਹਿਬ ਜੀ ਮਿਹਰ ਕਰਨ, ਇਹ ਵਿਚਾਰ ਸਾਡੇ ਅੰਦਰ ਵਸ ਜਾਣ। ਗਲਤੀਆਂ ਭੁੱਲਾਂ ਦੀ ਖਿਮਾ ਕਰਦੇ ਹੋਏ ਫਤਿਹ ਦੀ ਸਾਂਝ ਕਰੋ ਜੀਓ। ਵਾਹਿਗੁਰੂ ਜੀ ਕਾ